ਉਹ ਤਾਂ ਨਜ਼ਰ ਆ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਨਾਲ ਗੁਰੂ ਦੀਆਂ ਕਥਾ ਕਹਾਣੀਆਂ ਕਰਨ ਦਾ ਸੁਣਨ ਦਾ ਸਮਾਂ ਪ੍ਰਾਪਤ ਹੁੰਦਾ ਹੈ। ਜਪ ਬਾਣੀ ਦੀ ਪੌੜੀਆਂ ਦੀ ਸੰਖੇਪ ਵਿਚਾਰ ਅਸੀਂ ਕਰ ਰਹੇ ਹਾਂ। ਪੂਰੀ ਵਿਚਾਰ ਅਸੀਂ ਪਹਿਲਾਂ ਕਰ ਚੁੱਕੇ ਹਾਂ। ਇਹਨਾਂ ਪੌੜੀਆਂ ਦੀ ਵਿਚਾਰ ਦੀ ਸੇਵਾ ਵੀਰ ਪ੍ਰਭ ਕੀਰਤਨ ਸਿੰਘ ਜੀ ਕਰ ਰਹੇ ਹਨ, ਜੋ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਹਨ। ਤੋਂ ਮੈਂ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਅੱਗੋਂ ਵਿਚਾਰ ਆਰੰਭ ਕੀਤੀ ਜਾਵੇ। ਵੀਰ ਪ੍ਰਭ ਕੀਰਤਨ ਸਿੰਘ ਜੀ, ਅੱਜ ਬਹੁਤਾ ਕਰਮ ਲਿਖਿਆ ਨਾ ਜਾਏ, ਇਸ ਤੋਂ ਅੱਜ ਦੀ ਵਿਚਾਰ ਆਰੰਭ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਹੁਣ ਤੱਕ ਆਪਾਂ 24 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ ਜੀ। ਤੋ ਆਓ ਅੱਗੇ ਚੱਲੀਏ। ਸਭ ਤੋਂ ਪਹਿਲਾਂ 25ਵੀਂ ਪੌੜੀ ਦਾ ਇੱਕ ਵਾਰ ਆਪਾਂ ਸਾਰੇ ਪਾਠ ਕਰ ਲਈਏ ਤਾਂ ਕਿ ਸਾਨੂੰ ਸਮਝਣ ਵਿੱਚ ਆਸਾਨੀ ਹੋ ਜਾਏ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗੈ ਜੋ ਦੇ ਅਪਾਰ, ਕਿਤਿਆਂ ਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟੈ ਵੇਕਾਰ, ਕਿਤੇ ਲੈ ਲੈ ਮੁਕਰ ਪਾਏ, ਕਿਤੇ ਮੂਰਖ ਖਾਈ ਖਾਏ, ਕਿਤਿਆਂ ਦੁਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨ ਸਕੈ ਕੋਏ, ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤੀਆਂ ਮੋਹ ਖਾਏ, ਆਪੇ ਜਾਣੈ ਆਪੇ ਦੇ, ਆਖੈ ਸੇ ਭੇ ਕਈ ਕੇ, ਜਿਸਨੂੰ ਬਖਸ਼ੇ ਸਿਫਤ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਸਤਿਗੁਰੂ ਜੀ ਨੇ ਪਿਛਲੀ ਪੌੜੀ ਦੇ ਵਿੱਚ ਸਾਨੂੰ ਇਹ ਦੱਸਿਆ ਸੀ, ਸਾਨੂੰ ਰੋਕਿਆ ਸੀ ਬਲਕਿ, ਕਿ ਕਿਸੇ ਜਗਿਆਸੂ ਨੂੰ ਕਦੇ ਵੀ ਪ੍ਰਭੂ ਦਾ ਜਾਂ ਉਹਦੀ ਕੁਦਰਤ ਦਾ ਅੰਤ ਪਾਉਣ ਦੇ ਰਾਹ ਉੱਤੇ ਨਹੀਂ ਪੈਣਾ ਚਾਹੀਦਾ। ਸਗੋਂ ਇਹ ਕਿਹਾ ਸੀ ਕਿ ਇੱਕ ਜਗਿਆਸੂ ਦਾ ਪ੍ਰਭੂ ਦੇ ਰਸਤੇ ਵਿੱਚ ਤੁਰਨ ਵਾਲੇ ਬੰਦੇ ਦਾ ਉਹਦਾ ਪੂਰਾ ਜ਼ੋਰ ਇਸ ਪਾਸੇ ਹੋਣਾ ਚਾਹੀਦਾ ਹੈ ਕਿ ਉਹ ਕਿਵੇਂ ਆਪਣੇ ਜੀਵਨ ਨੂੰ ਇਹੋ ਜਿਹਾ ਬਣਾਏ ਕਿ ਉਹ ਪ੍ਰਭੂ ਦੀ ਮਿਹਰ ਦਾ ਪਾਤਰ ਬਣ ਸਕੇ। ਕਿਉਂਕਿ ਮਨੁੱਖ ਨੂੰ ਜੋ ਕੁਝ ਵੀ ਪ੍ਰਾਪਤ ਹੋਣਾ ਹੈ ਉਹ ਕੇਵਲ ਤੇ ਕੇਵਲ ਉਹਦੀ ਮਿਹਰ ਦੇ ਨਾਲ ਹੀ ਪ੍ਰਾਪਤ ਹੋਣਾ ਹੈ। ਉਹ ਸਭ ਕੁਝ ਉਸਦੀ ਦਾਤ ਹੀ ਹੈ। ਉਹ ਉਹਦੇ ਨਜ਼ਰਾਂ ਦੇ ਵਿੱਚ ਪ੍ਰਵਾਨ ਹੋਣ ਲਈ, ਉਹਦੇ ਕਰਮ ਦੇ ਪਾਤਰ ਬਣਨ ਲਈ, ਉਹਦੀ ਮਿਹਰ ਦੇ ਪਾਤਰ ਬਣਨ ਲਈ ਤੇ ਦਾਤ ਪ੍ਰਾਪਤ ਕਰਨ ਦਾ ਹੀ ਉਹਦਾ ਯਤਨ ਹੋਣਾ ਚਾਹੀਦਾ ਹੈ। ਤੇ ਉਹ ਸਤਿਗੁਰੂ ਜੀ ਨੇ ਗੱਲ ਦਾਤਾਂ ਦੇ ਉੱਤੇ ਖਤਮ ਕੀਤੀ ਸੀ ਤੇ ਹੁਣ ਵੀ ਸਤਿਗੁਰੂ ਜੀ ਅੱਗੇ ਉਸ ਅਕਾਲ ਪੁਰਖ ਦੀਆਂ ਜੋ ਮਿਹਰਬਾਨ ਹੈ, ਕਰੀਮ ਹੈ, ਵੱਡਾ ਦਾਤਾ ਹੈ, ਉਹਦੇ ਵੱਲੋਂ ਮਿਹਰ ਵਿੱਚ ਆ ਕੇ ਦਿੱਤੀਆਂ ਦਾਤਾਂ ਦਾ ਜ਼ਿਕਰ ਕਰ। ਹੁਣ ਇੱਥੇ ਜਿਹੜਾ ਦਾਤ ਦਾ ਸ਼ਬਦ ਹੈ, ਅਸੀਂ ਇਹਦੇ ਇੱਕ ਬੜੇ ਲਿਮਿਟਡ ਸੈਂਸ ਦੇ ਵਿੱਚ ਅਰਥ ਲੈਂਦੇ ਹਾਂ, ਬੜੇ ਤੰਗ ਨਜ਼ਰੀਏ ਨਾਲ ਇਹਦੇ ਅਰਥ ਕਰਦੇ ਹਾਂ। ਸਾਨੂੰ ਪ੍ਰਭੂ ਦੀ ਦਾਤ ਉਹੀ ਲੱਗਦੀ ਹੈ ਜਿਹਨੂੰ ਅਸੀਂ ਦਾਤ ਸਮਝਦੇ ਹਾਂ, ਜਿਹੜੀ ਸਾਨੂੰ ਚੰਗੀ ਲੱਗਦੀ ਹੈ, ਜਿਹੜੀ ਸਾਨੂੰ ਸੁਖਦਾਇਕ ਲੱਗਦੀ ਹੈ।
ਇਹ ਸਤਿਗੁਰੂ ਜੀ ਨੇ ਇਸ ਪੌੜੀ ਦੇ ਵਿੱਚ ਦਾਤਾਂ ਦੀ ਜਦੋਂ ਗੱਲ ਸਮਝਾਈ ਹੈ ਤੇ ਨਾਲ ਇੱਕ ਸਾਡਾ ਬੜਾ ਵੱਡਾ ਭੁਲੇਖਾ ਵੀ ਨਿਵਰਤ ਕੀਤਾ ਹੈ ਕਿ ਦਾਤ ਹੈ ਕੀ ਅਸਲ? ਕੀ ਉਹੀ ਦਾਤ ਹੈ ਜਿਹਨੂੰ ਮੈਂ ਦਾਤ ਕਹਿ ਰਿਹਾ? ਕੀ ਮੇਰੀ ਸਮਝ ਇਹਦੇ ਬਾਰੇ ਠੀਕ ਹੈ, ਪਰਫੈਕਟ ਹੈ? ਕੀ ਮੈਨੂੰ ਇਹ ਸਮਝ ਹੈ ਕਿ ਦਾਤ ਮੈਂ ਕਿਸ ਤਰ੍ਹਾਂ ਕਿਸੇ ਚੀਜ਼ ਨੂੰ ਮੈਂ ਦਾਤ ਕਹਿਣਾ ਹੈ ਜਾਂ ਨਹੀਂ ਕਹਿਣਾ, ਜਾਂ ਜਿਹਨੂੰ ਮੈਂ ਦਾਤ ਕਹਿ ਦਿੱਤਾ ਉਹ ਵਾਕਈ ਦਾਤ ਹੈ, ਤੇ ਜਿਹਨੂੰ ਮੈਂ ਦਾਤ ਨਹੀਂ ਸਮਝਿਆ ਉਹ ਹੈ ਕੀ ਫਿਰ? ਤੋ ਸਤਿਗੁਰੂ ਜੀ ਨੇ ਇਸ ਪੌੜੀ ਦੀ ਗੱਲ ਇੱਥੋਂ ਸ਼ੁਰੂ ਕੀਤੀ ਕਿ ਉਹ ਵੱਡੇ ਕਰਮ ਵਾਲਾ, ਵੱਡੀ ਮਿਹਰ ਵਾਲਾ, ਬੜਾ ਵੱਡਾ ਕਰੀਮ ਹੈ। ਕਰੀਮ ਜਿਹੜਾ ਸ਼ਬਦ ਆਮ ਤੌਰ ਤੇ ਸਾਡੇ ਮੁਸਲਮਾਨ ਭਰਾ ਯੂਜ਼ ਕਰਦੇ ਹਨ, ਉਹ ਇੱਥੇ ਬਿਲਕੁਲ ਢੁਕਦਾ ਹੈ ਕਿ ਬਹੁਤਾ ਕਰਮ ਇੰਨਾ ਵੱਡਾ ਅਸੀਂ ਦੱਸ ਨਹੀਂ ਸਕਦੇ। ਤੇ ਅਗਲੀ ਪੰਕਤੀ ਸਤਿਗੁਰੂ ਜੀ ਕਹਿੰਦੇ ਹਨ ਕਿ ਇੰਨਾ ਵੱਡਾ ਦਾਤਾ ਹੈ ਕਿ ਉਹਨੂੰ ਤਿਲ ਨਾ ਤਮਾਏ। ਹੁਣ ਤਮਾਏ ਦਾ ਅਰਥ ਅਸੀਂ ਵੀ ਇਹੀ ਕੀਤਾ ਅੱਗੇ, ਤੇ ਆਮ ਤੌਰ ਤੇ ਪ੍ਰਵਾਨਿਤ ਅਰਥ ਵੀ ਇਹੀ ਹੈ ਕਿ ਉਹਨੂੰ ਕੋਈ ਕਿਸੇ ਕਿਸਮ ਦਾ ਲਾਲਚ ਨਹੀਂ ਹੈ। ਔਰ ਇਹ ਹੈ ਵੀ ਜ਼ਰੂਰੀ, ਜੇ ਦਾਤੇ ਦੇ ਅੰਦਰ ਲਾਲਚ ਹੋਵੇ ਤਾਂ ਉਹ ਦਾਤਾ ਵੱਡਾ ਨਹੀਂ ਹੋ ਸਕਦਾ, ਉਹ ਛੋਟਾ ਹੁੰਦਾ ਹੈ। ਹੁਣ ਹੈ ਤਾਂ ਗੱਲ ਗਲਤ, ਅਸੀਂ ਆਪਣੇ ਆਪ ਨੂੰ ਦਾਤੇ ਕਹੀਏ, ਪਰ ਅਸੀਂ ਆਪਣੇ ਜੀਵਨ ਦੇ ਵਿੱਚ ਹੀ ਨਜ਼ਰ ਮਾਰੀਏ ਕਿ ਜਦੋਂ ਸਾਡਾ ਇੱਕ ਮੌਕਾ ਆਉਂਦਾ ਹੈ ਕਿ ਮੱਥਾ ਟੇਕਣ ਲੱਗਿਆਂ ਗੁਰੂ ਦੇ ਅੱਗੇ ਕੁਝ ਭੇਟਾ ਰੱਖਣੀ ਹੈ, ਤਾਂ ਆਪਣੇ ਜੀਵਨ ਵੱਲ ਨਜ਼ਰ ਮਾਰੀਏ। ਘੱਟੋ ਘੱਟ ਮੈਂ ਆਪਣੇ ਬਾਰੇ ਤਾਂ ਇਹ ਗੱਲ ਕਹਿ ਹੀ ਸਕਦਾ ਹਾਂ ਕਿ ਜਦੋਂ ਪਰਸ ਖੋਲੀਦਾ ਹੈ ਤਾਂ ਸਭ ਤੋਂ ਛੋਟੇ ਨੋਟ ਵੱਲ ਨਜ਼ਰ ਜਾਂਦੀ, ਤੇ ਕਈ ਵਾਰਾਂ ਤਾਂ ਸਿੱਕੇ ਵੀ ਉੱਥੇ ਭੇਟ ਕਰ ਦਈਦੇ ਹਨ। ਹੁਣ ਇਹ ਸਾਨੂੰ ਕੌਣ ਰੋਕ ਰਿਹਾ ਹੈ ਉੱਥੇ? ਸਾਡੇ ਹੱਥ ਨੂੰ। ਇਹ ਸਿਰਫ ਸਾਡਾ ਜੋ ਲਾਲਚ ਹੈ, ਪਕੜ ਹੈ ਮਾਇਆ ਦੀ, ਉਹੀ ਰੋਕ ਰਹੀ ਹੈ, ਹੋਰ ਕੁਝ ਵੀ ਨਹੀਂ ਹੈ। ਪਰ ਇਹੀ ਜੇ ਮੌਕਾ ਇਹ ਬਣ ਜਾਏ ਕਿ ਗੁਰਦੁਆਰੇ ਦੀ ਸਟੇਜ ਉੱਤੇ ਖੜਾ ਕੋਈ ਨਾਂ ਅਨਾਉਂਸ ਕਰਨ ਵਾਲਾ ਹੋਵੇ, ਤੇ ਫਿਰ ਸਾਡਾ ਹੱਥ ਵੱਡੀ ਮਾਇਆ ਵੱਲ ਜਾਂਦਾ। ਜੇ ਉੱਥੇ ਨਾਲ ਸਿਰੋਂ ਪਾਓ ਵੀ ਮਿਲ ਰਿਹਾ, ਜਕਾਰੇ ਵੀ ਬੁਲਾਏ ਜਾ ਰਹੇ ਨੇ, ਸਿੱਲਾਂ ਵੀ ਲੱਗ ਰਹੀਆਂ ਨੇ, ਤੇ ਫਿਰ ਹੋਰ ਵੱਡੀ ਮਾਇਆ ਭੇਟ ਹੋ ਜਾਂਦੀ। ਹੁਣ ਇਹ ਸਾਰਾ ਕੁਝ ਕਿਉਂ ਹੁੰਦਾ? ਕਿਉਂਕਿ ਦੇਣ ਲੱਗਿਆ ਸਾਡੇ ਅੰਦਰ ਤਮਾ ਹੁੰਦੀ ਹੈ, ਲਾਲਚ। ਜਦੋਂ ਤੇ ਸਭ ਕੁਝ ਹੋਰ ਨਾਲ ਮਿਲ ਰਿਹਾ ਜਿਹੜਾ ਸਾਨੂੰ ਚੰਗਾ ਲੱਗਦਾ, ਫਿਰ ਉਹ ਦੇਣ ਵਾਲੀ ਗੱਲ ਜਾਂ ਭੇਟਾ ਕਰਨ ਵਾਲੀ ਗੱਲ ਤੇ ਖਤਮ ਹੋ ਗਈ। ਉਹ ਤਾਂ ਇੱਕ ਬਿਜ਼ਨਸ ਡੀਲ ਹੋ ਗਈ ਨਾ, ਕਿ ਮੈਂ ਤੁਹਾਨੂੰ ਇੰਨੀ ਮਾਇਆ ਦੇਣਾ ਤੇ ਤੁਸੀਂ ਮੇਰੇ ਜਕਾਰੇ ਬੁਲਾਓ ਤੇ ਸਾਰਾ ਕੁਝ ਕਰੋ। ਗੱਲ ਇਹ ਹੈ ਕਿ ਜਦੋਂ ਵੀ ਕਿਸੇ ਨੇ ਕੁਝ ਦੇਣਾ ਹੁੰਦਾ ਹੈ ਇਸ ਜਗਤ ਦੇ ਵਿੱਚ, ਉਹ ਦੇਖਦਾ ਹੈ ਕਿ ਇਹਦੇ ਬਦਲੇ ਮੈਨੂੰ ਕੀ ਮਿਲਦਾ ਹੈ। ਇਹੀ ਲਾਲਚ ਹੈ। ਤੇ ਸਤਿਗੁਰੂ ਕਹਿੰਦੇ ਹਨ ਕਿ ਉਹਦੇ ਅੰਦਰ ਤੇ ਇਹਦਾ ਤਿਲ ਵੀ ਨਹੀਂ ਹੈ। ਉਹ ਦੇਣ ਲੱਗਿਆ ਤੇ ਸੋਚਦਾ ਹੀ ਨਹੀਂ, ਦੇਣ ਲੱਗਦਾ ਤੇ ਬਸ ਦੇ ਹੀ ਜਾਂਦਾ, ਦੇ ਹੀ ਜਾਂਦਾ, ਦੇ ਹੀ ਜਾਂਦਾ। ਅਸੀਂ ਅੱਗੇ ਪੜ੍ਹਿਆ ਕਿ ਉਹਦੀਆਂ ਦਾਤਾਂ ਨੂੰ ਖਾਣ ਵਾਲੇ, ਲੈਣ ਵਾਲੇ, ਉਹ ਲੈ ਲੈ ਕੇ ਖਤਮ ਹੋ ਗਏ। ਜੁਗਾਂ ਜੁਗਾਂ ਤੋਂ ਲੈਂਦੇ ਹੋਏ ਤੇ ਉਹ ਖਤਮ ਹੋ ਗਏ, ਪਰ ਉਹਦੀਆਂ ਦਾਤਾਂ ਦੇ ਵਿੱਚ ਕੋਈ ਤੋਟ ਨਹੀਂ ਆਈ। ਉਹ ਐਡਾ ਵੱਡਾ ਦਾਤਾ। ਹੁਣ ਤਮਾ ਦਾ ਇੱਕ ਹੋਰ ਵੀ, ਜਾਂ ਤਾਮਸ ਲਫ਼ਜ਼ ਜੋ ਅਸੀਂ 3 ਗੁਣ ਪ੍ਰਕਿਰਤੀ ਦੇ ਯੋਗ ਮਤ ਵਿੱਚ ਗਿਣੇ ਗਏ ਹਨ, ਜਾਂ ਸਾਂਖ ਮਤ ਵਿੱਚ ਗਿਣੇ ਗਏ ਹਨ, ਉਹਦਾ ਇੱਕ ਹੋਰ ਵੀ ਅਰਥ ਹੁੰਦਾ ਹੈ ਹਨੇਰਾ, ਤੇ ਇੱਕ ਹੋਰ ਅਰਥ ਹੁੰਦਾ ਹੈ ਅੰਧੇਰਾ। ਦਾ ਮਤਲਬ ਹੋ ਗਿਆ ਅਗਿਆਨਤਾ। ਅਤੇ ਇੱਕ ਹੋਰ ਅਰਥ ਹੁੰਦਾ ਹੈ ਕ੍ਰੋਧ। ਕ੍ਰੋਧ ਵੀ ਤਮਸ ਤੋਂ ਹੀ ਪੈਦਾ ਹੋਇਆ ਗਿਣਿਆ ਜਾਂਦਾ। ਹੁਣ ਅਕਾਲ ਪੁਰਖ ਦੇ ਜੇ ਸਾਰੇ ਅਰਥਾਂ ਨੂੰ ਲੈ ਲਈਏ, ਤਿਲ ਨਾ ਤਮਾਏ, ਉਹਦੇ ਚ ਤਮਸ ਤੋਂ ਪੈਦਾ ਹੋਣ ਵਾਲੀ ਕੋਈ ਚੀਜ਼ ਨਹੀਂ ਹੈ। ਤਾਂ ਨਾ ਲਾਲਚ ਹੈ, ਨਾ ਕ੍ਰੋਧ ਹੈ। ਜਦ ਕਿ ਅਸੀਂ ਦੇਖਦੇ ਹਾਂ ਕਿ ਕ੍ਰੋਧ ਵੀ ਦਾਤਾਂ ਦੇਣ ਵਾਲਿਆਂ ਦੇ ਵਿੱਚ ਬੜਾ ਵੱਡਾ ਹੁੰਦਾ। ਵੱਡੇ ਵੱਡੇ ਉੱਚੇ ਉੱਚੇ ਜੀਵਨ ਵਾਲੇ ਗਿਣੇ ਜਾਂਦੇ ਵਿਅਕਤੀ ਵੀ ਜਦੋਂ ਉਹਨਾਂ ਨੂੰ ਕੁਝ ਦੇਣ ਦਾ ਸਮਾਂ ਆਉਂਦਾ ਹੈ, ਤੇ ਕ੍ਰੋਧ ਉਹਨਾਂ ਦੇ ਵਰ ਨੂੰ ਹੀ ਸਰਾਪ ਦੇ ਵਿੱਚ ਬਦਲ ਦਿੰਦਾ ਹੈ। ਅਸੀਂ ਦੁਰਵਾਸਾ ਰਿਸ਼ੀ ਦੀਆਂ ਬੜੀਆਂ ਕਹਾਣੀਆਂ ਆਪਣੀਆਂ ਸਟੇਜਾਂ ਤੇ ਹੀ ਸੁਣੀਆਂ ਹੋਈਆਂ। ਤੋ ਅਕਾਲ ਪੁਰਖ ਜਦੋਂ ਦਾਤਾਂ ਦਿੰਦਾ ਹੈ, ਉਹਦੇ ਅੰਦਰ ਤਮਾ ਬਿਲਕੁਲ ਨਹੀਂ ਹੈ, ਨਾ ਲਾਲਚ ਹੈ, ਤੇ ਨਾ ਹੀ ਕ੍ਰੋਧ ਹੈ, ਤੇ ਨਾ ਹੀ ਅਗਿਆਨਤਾ ਹੈ। ਭਾਵ ਇਹ ਨਹੀਂ, ਅਸੀਂ ਜਿਵੇਂ ਕਹਿ ਦਿੰਦੇ ਹਾਂ ਕਿ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਫਲਾਣੇ ਨੂੰ ਰੱਬ ਨੇ ਇੰਨਾ ਕੁਝ ਕਿਉਂ ਦੇ ਦਿੱਤਾ, ਉਹ ਤੇ ਬੰਦਾ ਹੀ ਏਦਾਂ। ਜਾਂ ਅਸੀਂ ਇਹ ਵੀ ਲਫ਼ਜ਼ ਕਹਿ ਦਿੰਦੇ ਹਾਂ ਕਿ ਮੈਂ ਰੱਬ ਦਾ ਕੀ ਵਿਗਾੜਿਆ ਸੀ, ਮੈਂ ਰੱਬ ਦੇ ਕਿਹੜੇ ਮਾਹ ਮਾਰੇ ਨੇ ਜਿਹੜਾ ਰੱਬ ਨੇ ਮੇਰੇ ਨਾਲ ਇਹੋ ਜਿਹਾ ਕੀਤਾ। ਤੋ ਇਹ ਸਾਰੀਆਂ ਗੱਲਾਂ ਦਾ ਸਾਨੂੰ ਸਤਿਗੁਰੂ ਜੀ ਇੱਥੇ ਸਮਝਾ ਰਹੇ ਹਨ ਕਿ ਉਹ ਦਾਤਾਂ ਲੈਣ ਵਾਲੇ,
ਕੌਣ ਹਨ? ਅਕਾਲ ਪੁਰਖ। ਤੋ ਉਹ ਇੰਨਾ ਵੱਡਾ ਦਾਤਾ ਹੈ ਕਿ ਉਹ ਦਾਤਾਂ ਦੇਣ ਲੱਗਿਆਂ ਉਹਦੀਆਂ ਦਾਤਾਂ ਦੇ ਉੱਤੇ ਕੋਈ ਲਿਮਿਟ ਨਹੀਂ ਹੈ, ਕੋਈ ਰੁਕਾਵਟ ਨਹੀਂ ਹੈ, ਕਿਸੇ ਵੀ ਕਿਸਮ ਦੀ ਰੁਕਾਵਟ ਨਹੀਂ ਹੈ। ਤੇ ਦਾਤਾਂ ਲੈਣ ਵਾਲੇ ਕੌਣ ਹਨ? ਯੋਧੇ ਹਨ, ਜਿਹੜੇ ਦਾਤਾਂ ਲੈ ਕੇ, ਪ੍ਰਾਪਤੀਆਂ ਕਰਕੇ ਤੇ ਆਪ ਦਾਤੇ ਬਣ ਬਹਿੰਦੇ ਆ। ਉਹ ਜਿਹੜੇ ਦਾਤਾਂ ਲੈ ਕੇ ਵਿਕਾਰਾਂ 'ਚ ਪੈ ਜਾਂਦੇ, ਉਹ ਦਾਤਾਂ ਦਾ ਗਲਤ ਇਸਤੇਮਾਲ ਕਰਦੇ ਹਨ। ਉਹ ਜਿਹੜੇ ਮੁੱਕਰ ਹੀ ਜਾਂਦੇ ਹਨ, ਉਹ ਰੱਬ ਨੂੰ ਮੰਨਦੇ ਹੀ ਨਹੀਂ। ਉਹ ਕਹਿੰਦੇ ਹਨ, ਇਹ ਤਾਂ ਮੈਂ ਆਪਣੀ ਮਿਹਨਤ ਨਾਲ ਕਮਾਇਆ, ਮੈਨੂੰ ਕਿਹੜਾ ਕਿਸੇ ਨੇ ਦੇ ਦਿੱਤਾ। ਤੇ ਉਹ ਵੀ ਹਨ ਜਿਹੜੇ ਇਸ ਬਾਰੇ ਸੋਚਦੇ ਹੀ ਨਹੀਂ ਵੀ ਮਿਲੀ ਜਾ ਰਿਹਾ ਤੇ ਖਾਈ ਜਾਓ ਬਸ। ਉਹ ਇਹ ਵੀ ਨਹੀਂ ਸੋਚਦੇ ਵੀ ਕੋਈ ਦੇਣ ਵਾਲਾ ਵੀ ਹੈ। ਤਾਂ ਸਾਰਿਆਂ ਨੂੰ ਅਕਾਲ ਪੁਰਖ ਦਾਤਾਂ ਦੇ ਰਿਹਾ। ਤੇ ਉਸ ਤੋਂ ਅੱਗੇ ਸਤਿਗੁਰਾਂ ਨੇ ਜਿਹੜਾ ਜ਼ਿਕਰ ਕੀਤਾ ਹੈ ਕਿ ਉਹ ਵੀ ਹਨ ਜਿਨ੍ਹਾਂ ਨੂੰ ਕਿਹੜੀ ਦਾਤ ਮਿਲੀ ਹੈ? ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਇਹ ਸਾਰਿਆਂ ਦਾ ਜ਼ਿਕਰ ਸਤਿਗੁਰਾਂ ਨੇ ਕੀਤਾ ਹੈ। ਉਹਨਾਂ ਨੂੰ ਕਿਹਾ ਕਿ ਇਹ ਸਾਰੀਆਂ ਦਾਤਾਂ ਤੇਰੀਆਂ ਹੀ ਹਨ। ਇਹ ਦੁੱਖ ਭੁੱਖ ਤੇ ਸਦ ਮਾਰ ਦੀ ਵੀ ਜਿਹੜੀ ਦਾਤ ਹੈ, ਇਹ ਵੀ ਜੋ ਅਵਸਥਾ ਹੈ, ਇਹ ਵੀ ਤੇਰੀ ਦਾਤ ਹੀ ਹੈ, ਔਰ ਉਸ ਦਾਤਾਰ ਦੀ ਹੀ ਦਿੱਤੀ ਹੋਈ ਦਾਤ। ਤਾਂ ਫਿਰ ਇਹ ਦਾਤ ਕਿਵੇਂ ਹੋ ਸਕਦੀ? ਪਰ ਇੱਥੇ ਸਤਿਗੁਰਾਂ ਨੇ ਪਹਿਲਾਂ ਸਾਨੂੰ ਗੱਲ ਸਮਝਾਈ ਹੈ ਕਿ ਦਾਤਾਂ ਦੇਣ ਵਾਲੇ ਨੇ ਨਾ ਤਾਂ ਕਿਸੇ ਲਾਲਚ ਅਧੀਨ ਦਿੱਤੀ ਹੈ ਦਾਤ, ਨਾ ਕਿਸੇ ਅਗਿਆਨਤਾ ਅਧੀਨ ਦਿੱਤੀ ਹੈ, ਨਾ ਕਿਸੇ ਨੇ ਕ੍ਰੋਧ ਨਾਲ ਦਿੱਤੀ ਹੈ, ਵੈਰ ਨਾਲ ਦਿੱਤੀ ਹੈ। ਉਹ ਤਾਂ ਹੈ ਹੀ ਨਿਰਵੈਰ। ਤਾਂ ਦੁੱਖ ਭੂਖ ਸਦ ਮਾਰ, ਇਹਨੂੰ ਅਸੀਂ ਦਾਤ ਮੰਨਣ ਨੂੰ ਤਿਆਰ। ਬਾਕੀ ਸਾਰੀਆਂ ਚੀਜ਼ਾਂ ਨੂੰ ਅਸੀਂ ਤਿਆਰ ਹਾਂ ਵੀ ਇਹ ਦਾਤ ਹੈ, ਪਰ ਸਤਿਗੁਰੂ ਤੇ ਇਹਨੂੰ ਵੀ ਦਾਤ ਕਹਿ ਰਹੇ ਹਨ। ਇਹ ਹੁਣ ਦਾਤ ਕਿਵੇਂ ਹੈ? ਦੁੱਖ ਭੂਖ ਸਦ ਮਾਰ ਸਾਡੀ ਆਮ ਸਮਝ ਦੇ ਮੁਤਾਬਕ ਇਹ ਦਾਤ ਨਹੀਂ ਹੈ। ਤੇ ਹੁਣ ਸਤਿਗੁਰੂ ਜੀ ਇਸ ਤੋਂ ਅਗਲੀਆਂ ਪੰਕਤੀਆਂ ਦੇ ਵਿੱਚ ਜਿਹੜੀ ਗੱਲ ਸਮਝਾ ਰਹੇ ਹਨ, ਉਹਨੂੰ ਨਾਲ ਜੋੜ ਕੇ ਜੇ ਸਮਝਾਂਗੇ ਕਿ ਬੰਦ ਖਲਾਸੀ ਭਾਣਾ ਹੋਏ, ਕਿਉਂਕਿ ਇਸ ਸੰਸਾਰ ਦੇ ਵਿੱਚੋਂ ਮੁਕਤੀ ਪ੍ਰਾਪਤ ਕਰਨ, ਬੰਦ ਖਲਾਸੀ ਦਾ, ਇਸ ਮਾਇਆ ਦੇ ਬੰਧਨਾਂ ਤੋਂ, ਜਗਤ ਦੇ ਬੰਧਨਾਂ ਤੋਂ, ਉਹ ਜਿਹੜੇ ਬੰਧਨ ਸਾਡੇ ਕੋਲੋਂ ਕੋਈ ਕਰਮ ਕਰਵਾਉਂਦੇ ਹਨ, ਸਾਨੂੰ ਉਹਦੇ ਭਾਣੇ ਵਿੱਚ ਨਹੀਂ ਚੱਲਣ ਦਿੰਦੇ। ਇਹ ਬੰਧਨ ਜਿਹੜੇ ਸਾਨੂੰ ਹੁਕਮ ਦਾ ਜੀਵਨ ਨਹੀਂ ਜੀਣ ਦਿੰਦੇ, ਇਹ ਸਾਰੇ ਜਿਹੜੇ ਬੰਧਨ ਹਨ, ਇਹਨਾਂ ਤੋਂ ਖਲਾਸੀ ਕੇਵਲ ਉਸ ਅਕਾਲ ਪੁਰਖ ਦੇ ਭਾਣੇ ਦੇ ਜੀਵਨ ਨਾਲ ਹੀ ਹੋ ਸਕਦੀ। ਤੇ ਜੇ ਇਸ ਨਜ਼ਰ ਨਾਲ ਦੇਖੀਏ ਤੇ ਹਰ ਉਹ ਚੀਜ਼ ਸਾਡੇ ਜੀਵਨ ਦੀ, ਹਰ ਉਹ ਅਵਸਥਾ ਜਿਹੜੀ ਸਾਨੂੰ ਭਾਣੇ ਦੇ ਜੀਵਨ, ਉਹਦੇ ਹੁਕਮ ਦੇ ਜੀਵਨ ਦੇ ਵਿੱਚ ਰਹਿਣਾ ਸਿਖਾਉਂਦੀ ਹੈ, ਉਹ ਇੱਕ ਦਾਤ ਹੈ। ਤਾਂ ਫਿਰ ਸਭ ਤੋਂ ਵੱਡੀ ਦੀ ਜਿਹੜੀ ਸਭ ਤੋਂ ਵੱਡਾ ਭਾਣੇ ਦਾ ਤੇ ਹੁਕਮ ਦਾ ਜਿਹੜੀ ਸਿੱਖਿਆ ਦੇਣ ਵਾਲਾ ਜਿਹੜੀ ਸਾਡੀ ਅਵਸਥਾ ਹੈ, ਉਹੀ ਸਭ ਤੋਂ ਵੱਡੀ ਦਾਤ। ਹੁਣ ਜਿਹੜੀਆਂ ਉੱਪਰ ਸਤਿਗੁਰੂ ਜੀ ਨੇ ਪਹਿਲੀਆਂ ਦਾਤਾਂ ਦੱਸੀਆਂ ਸਨ, ਉਹਨਾਂ ਵੱਲ ਵੀ ਦੇਖੋ। ਤੇ ਜਿਹੜੀ ਇਹ ਵੀ ਦਾਤ ਤੇਰੀ ਦਾਤਾਰ ਤੋਂ ਜਿਹੜੀ ਇੱਕ ਪੰਕਤੀ ਪਹਿਲਾਂ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਕਿ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਤੇ ਇਹਨਾਂ ਸਾਰੀਆਂ ਦਾਤਾਂ ਦੇ ਵਿੱਚੋਂ ਕਿਹੜੀ ਦਾਤ ਸਾਨੂੰ ਭਾਣੇ ਦਾ ਜੀਵਨ ਸਿਖਾਉਣ ਲਈ ਸਭ ਤੋਂ ਵਧੀਆ ਦਾਤ ਹੈ, ਸਭ ਤੋਂ ਅੱਛੇ ਢੰਗ ਨਾਲ ਇਹ ਹੁਕਮ ਦਾ ਜੋ ਲੈਸਨ ਹੈ ਉਹ ਸਾਨੂੰ ਦਿੰਦੀ ਹੈ? ਤਾਂ ਇਹ ਗੱਲ ਅਗਰ ਇਸ ਨਜ਼ਰੀਏ ਨਾਲ ਦੇਖੀਏ ਤਾਂ ਫਿਰ ਦੁੱਖ ਭੂਖ ਸਦ ਮਾਰ ਆਪਣੇ ਆਪ ਹੀ ਇੱਕ ਵੱਡੀ ਦਾਤ ਬਣ ਜਾਵੇ। ਕੱਲ ਪਰਸੋਂ ਹੀ ਕਿਸੇ ਇੱਥੇ ਚੈਟ ਦੇ ਵਿੱਚ ਕਿਸੇ ਨੇ ਜ਼ਿਕਰ ਕੀਤਾ ਸੀ ਕਿ ਬੰਦਾ ਜ਼ਿੰਦਗੀ 'ਚ ਜੋ ਵੀ ਸਿੱਖਦਾ ਹੈ, ਉਹ ਸਕੂਲ ਆਫ ਹਾਰਡ ਨੌਕਸ ਦੇ ਵਿੱਚ ਸਿੱਖਦਾ ਹੈ। ਭਾਵ ਜਦੋਂ ਧੱਕੇ ਪੈਂਦੇ ਹਨ ਤੇ ਬੰਦਾ ਫੇਰ ਹੀ ਸਿੱਖਦਾ। ਤੋ ਭਾਣੇ ਦਾ ਜੀਵਨ ਵੀ ਸਾਨੂੰ ਉਦੋਂ ਹੀ ਸਹੀ ਮਾਇਨਿਆਂ ਦੇ ਵਿੱਚ ਸਿੱਖਣ ਦਾ ਸਮਾਂ ਮਿਲਦਾ ਹੈ ਕਿ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਦੇਖਦੇ ਹਾਂ ਜਿਹੜੀਆਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ, ਤੇ ਤਾਂ ਅਸੀਂ ਸਿੱਖਦੇ ਹਾਂ ਕਿ ਭਾਣੇ ਦੇ ਜੀਵਨ ਦੇ ਵਿੱਚ ਜਿਉਣਾ ਕਿਉਂ ਜ਼ਰੂਰੀ ਹੈ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕੈ ਕੋਈ। ਇਹ ਭਾਣੇ ਦਾ ਜੀਵਨ ਹੀ ਬੰਦ ਖਲਾਸੀ ਦਾ ਜੀਵਨ ਹੈ। ਇਸ ਤੋਂ ਬਿਨਾਂ ਹੋਰ ਕੋਈ ਰਾਹ, ਹੋਰ ਕੋਈ ਵੀ ਬੰਦਾ ਦੱਸ ਨਹੀਂ ਸਕਦਾ। ਤੇ ਜੇ ਕੋਈ ਮੂਰਖ ਬੰਦਾ ਦੱਸ ਵੀ ਦੇਵੇ ਤਾਂ ਉਹਦੀ ਕੀ ਹਾਲਤ ਹੁੰਦੀ ਹੈ? ਜੇਤੀਆਂ ਮੂੰਹ ਖਾਏ। ਅਸੀਂ ਕਿੰਨੀਆਂ ਕੁ ਦੱਸੀਏ ਕਿ ਉਹਨੂੰ ਮੂੰਹ ਤੇ ਕਿੰਨੀਆਂ ਕੁ ਪੈਂਦੀਆਂ ਹਨ, ਕਿੰਨੀਆਂ ਕੁ ਉਹਨੂੰ ਖਾਣੀਆਂ ਪੈਂਦੀਆਂ।
ਕਿਉਂਕਿ ਕੋਈ ਹੋਰ ਰਾਹ ਜਿਹੜੇ ਦੱਸਦੇ ਹਨ ਉਹ ਕੀ ਦੱਸਦੇ? ਉਹ ਦੱਸਦੇ ਹਨ, ਕੋਈ ਕਹਿੰਦਾ ਤਿਆਗ ਦਾ ਰਾਹ ਹੈ, ਕੋਈ ਕਹਿੰਦਾ ਗਿਆਨ ਦਾ ਰਾਹ ਹੈ, ਕੋਈ ਕਹਿੰਦਾ ਕਰਮ ਕਾਂਡ ਦਾ ਰਾਹ ਹੈ। ਇਸੇ ਤਰ੍ਹਾਂ ਹੀ ਸਾਰੇ ਧਰਮ ਆਪੋ ਆਪਣੇ ਰਾਹ ਦੱਸੀ ਜਾਂਦੇ, ਪਰ ਉਹ ਸਾਰੇ ਰਾਹਾਂ ਤੇ ਚੱਲ ਕੇ ਮਨੁੱਖ ਇਹਨਾਂ ਬੰਧਨਾਂ ਤੋਂ ਖਲਾਸੀ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਇਹ ਬੰਧਨ ਤਾਂ ਸਾਡੇ ਜੀਵਨ ਦੇ ਜਗਤ ਦੇ ਬੰਧਨ ਹਨ। ਇਹਨਾਂ ਨੂੰ ਉਹਦੇ ਭਾਣੇ ਵਿੱਚ ਜੀਣਾ ਸਿੱਖਾਂਗੇ ਤੇ ਇਹ ਬੰਧਨ ਕੱਟੇ ਜਾਣਗੇ। ਪਰ ਸਤਿਗੁਰੂ ਜੀ ਕਹਿੰਦੇ ਹਨ ਕਿ ਸਿਰਫ ਇਹੀ ਨਹੀਂ ਕਿ ਜੋ ਇਸ ਤੋਂ ਮੁਕਰ ਕੇ ਤੇ ਆਪਣੇ ਮਤ ਦੇ ਮੁਤਾਬਕ ਹੋਰ ਰਸਤਿਆਂ ਤੇ ਤੁਰਨਾ ਸ਼ੁਰੂ ਕਰ ਦਿੰਦੇ ਹਨ। ਅਨੇਕਾਂ ਐਸੇ ਵੀ ਹਨ ਕਿ ਜਿਹੜੇ ਉਹਦੇ ਸ਼ੁਕਰ ਦੇ ਵਿੱਚ ਹਨ ਕਿ ਉਹ ਆਪ ਹੀ ਜਾਣਦਾ ਹੈ ਕਿ ਸਾਨੂੰ ਕਿਸ ਚੀਜ਼ ਦੀ ਲੋੜ ਹੈ ਤੇ ਆਪੇ ਹੀ ਸਾਨੂੰ ਦਾਤਾਂ ਦੇ ਹੀ ਜਾ ਰਿਹਾ ਹੈ, ਔਰ ਸ਼ੁਕਰ ਦੀ ਅਵਸਥਾ ਵਿੱਚ, ਉਹਦੇ ਭਾਣੇ ਵਿੱਚ, ਉਹਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਖੁਸ਼ ਹੈ। ਆਪੇ ਜਾਣੈ ਆਪੇ ਦੇ ਆਖੈ ਸੇਵੇ ਕਈ ਕੇ, ਅਨੇਕਾਂ ਐਸੇ ਵੀ ਹਨ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਇਹੋ ਜਿਹੇ ਹਨ, ਜਿਹੜੇ ਇਸ ਸ਼ੁਕਰ ਦੀ ਅਵਸਥਾ ਵਿੱਚ ਹਨ, ਜਿਹੜੇ ਇਹ ਮੰਨਦੇ ਹਨ ਕਿ ਆਪੇ ਜਾਣੈ ਆਪੇ ਦੇ, ਤਾਂ ਫਿਰ ਉਹਨਾਂ ਦੇ ਬਾਰੇ ਸਤਿਗੁਰੂ ਜੀ ਅਖੀਰ ਤੇ ਕਹਿੰਦੇ ਹਨ ਕਿ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਕਿਉਂਕਿ ਜਦੋਂ ਮਨੁੱਖ ਭਾਣੇ ਦੇ ਜੀਵਨ ਦੇ ਵਿੱਚ ਆ ਜਾਂਦਾ ਹੈ, ਹੁਕਮ ਦੇ ਜੀਵਨ ਦੇ ਵਿੱਚ ਆ ਜਾਂਦਾ ਹੈ, ਤਾਂ ਫਿਰ ਇੱਕ ਵਾਰੀ ਇਸ ਅਵਸਥਾ ਤੇ ਪਹੁੰਚ ਗਿਆ ਤਾਂ ਫਿਰ ਉਹਦੀ ਝੋਲੀ ਦੇ ਵਿੱਚ ਸਿਵਾਏ ਸ਼ੁਕਰ ਦੇ, ਸਿਵਾਏ ਉਸ ਅਕਾਲ ਪੁਰਖ ਦੇ ਗੁਣ ਗਾਣ ਦੇ ਹੋਰ ਕੋਈ ਚੀਜ਼ ਬਾਕੀ ਨਹੀਂ ਬਚਦੀ। ਫਿਰ ਤਾਂ ਸਾਰੀਆਂ ਮੰਗਾਂ ਆਪਣੇ ਆਪ ਖਤਮ ਹੋ ਗਈਆਂ, ਸ਼ੁਕਰ ਦੇ ਵਿੱਚ ਆ ਗਿਆ। ਜਦੋਂ ਉਹਦਾ ਭਾਣਾ ਹੀ ਚੰਗਾ ਲੱਗਣਾ ਸ਼ੁਰੂ ਹੋ ਗਿਆ ਤੇ ਮੰਗਣਾ ਆਪੇ ਹੀ ਬੰਦ ਹੋ ਗਿਆ। ਜਦੋਂ ਉਹਦੇ ਹੁਕਮ ਦੀ ਸੋਝੀ ਆ ਗਈ ਕਿ ਮੈਂ ਕਿਵੇਂ ਹੁਕਮ ਦਾ ਜੀਵਨ ਜੀਣਾ ਹੈ, ਤਾਂ ਫਿਰ ਬਾਕੀ ਜੀਵਾਂ ਦੇ ਨਾਲ ਸਾਡੇ ਜਗਤ ਦੇ ਵਿੱਚ ਅਸੀਂ ਜੋ ਜੀਵਨ ਜੀ ਰਹੇ ਹਾਂ ਉਹ ਕਿਸ ਤਰ੍ਹਾਂ ਜੀਣਾ ਹੈ, ਉਹਦੀ ਸੋਝੀ ਆ ਗਈ। ਤੇ ਫਿਰ ਅਜਿਹੇ ਮਨੁੱਖ ਦਾ ਜੀਵਨ ਤਾਂ ਬਸ ਇਹੋ ਜਿਹਾ ਹੀ ਹੋ ਜਾਂਦਾ ਹੈ ਕਿ ਉਸ ਪ੍ਰਭੂ ਦੇ ਹੀ ਗੁਣ ਗਾਉਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਹੀ ਸਭ ਤੋਂ ਵੱਡੀ ਅਵਸਥਾ ਹੈ। ਜਿਵੇਂ ਦੁਨਿਆਵੀ ਤੌਰ ਦੇ ਉੱਤੇ ਅਸੀਂ ਮੰਨਦੇ ਹਾਂ ਕਿ ਸਭ ਤੋਂ ਉੱਚੇ ਪਾਤਸ਼ਾਹ ਹਨ, ਬਾਦਸ਼ਾਹ ਹਨ, ਸਤਿਗੁਰੂ ਜੀ ਕਹਿੰਦੇ ਹਨ ਕਿ ਜਿਹਨੂੰ ਸਿਫਤ ਸਲਾਹ ਦੀ ਦਾਤ ਮਿਲ ਗਈ, ਜਿਹਨੂੰ ਸ਼ੁਕਰ ਦੀ ਅਵਸਥਾ ਮਿਲ ਗਈ, ਜਿਹਨੂੰ ਭਾਣੇ ਦਾ ਹੁਕਮ ਦਾ ਜੀਵਨ ਆ ਗਿਆ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਤੋ ਸਤਿਗੁਰੂ ਜੀ ਹੁਣ ਅੱਗੇ ਉਸ ਅਕਾਲ ਪੁਰਖ ਦੀ ਵੱਲ ਸਾਨੂੰ ਲੈ ਕੇ ਜਾ ਰਹੇ ਹਨ। ਦਾਤਾਂ ਤੋਂ ਗੱਲ ਸ਼ੁਰੂ ਕਰਕੇ ਹੁਣ ਸਤਿਗੁਰੂ ਜੀ ਦਾਤਾਂ ਦੇ ਦਾਤਾਰ ਵੱਲ ਲੈ ਕੇ ਜਾ ਰਹੇ ਹਨ ਕਿ ਸਤਿਗੁਰੂ ਜੀ ਕਹਿ ਰਹੇ ਹਨ ਸਭ ਤੋਂ ਪਹਿਲਾਂ ਉਹ ਉਸ ਦੇ ਅਮੁੱਲ ਭਾਵ ਅਸੀਂ ਉਹਦਾ ਅੰਦਾਜ਼ਾ ਨਹੀਂ ਲਗਾ ਸਕਦੇ, ਮੁੱਲ ਨਹੀਂ ਪਾ ਸਕਦੇ, ਉਹਦੀ ਮਿਣਤੀ ਪੈਮਾਨਾ ਨਹੀਂ ਸਾਡੇ ਕੋਲ ਕੋਈ ਹੈ, ਉਹ ਬੇਅੰਤ ਹੈ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਉਹਦੇ ਗੁਣ, ਉਹਦੇ ਗੁਣਾਂ ਦਾ ਵਪਾਰ, ਉਹ ਗੁਣਾਂ ਦਾ ਵਪਾਰ ਕਰਨ ਵਾਲੇ ਤੇ ਉਸ ਅਕਾਲ ਪੁਰਖ ਦੇ ਭੰਡਾਰ, ਉਹ ਜੋ ਉਹਦੇ ਗੁਣ ਗਾਉਂਦੇ, ਉਹਦੇ ਵਪਾਰ ਕਰਦੇ ਆਉਂਦੇ ਹਨ ਤੇ ਵਪਾਰ ਕਰਕੇ ਜਿਸ ਵਖਰ ਨੂੰ ਲੈਣ ਆਏ ਹਨ ਉਹ ਲੈ ਕੇ ਚਲੇ ਜਾਂਦੇ ਹਨ। ਇਹ ਸਾਰੇ ਅਮੁੱਲ ਹਨ, ਇਹਨਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਉਸ ਪ੍ਰਭੂ ਦੇ ਪ੍ਰੇਮ, ਧਰਮ, ਉਹਦਾ ਸੱਚਾ ਦਰਬਾਰ, ਉਹ ਜਿਸ ਢੰਗ ਨਾਲ ਇਸ ਜਗਤ ਦੇ ਜੀਵਾਂ ਨੂੰ ਤੋਲਦਾ ਹੈ, ਉਹਦੇ ਜੋ ਪੈਮਾਨੇ ਹਨ, ਉਹਦੀ ਜੋ ਬਖਸ਼ਿਸ਼ ਹੈ, ਜੋ ਉਹਦੀ ਬਖਸ਼ਿਸ਼ ਦੀ ਮੋਹਰ ਹੈ, ਸਤਿਗੁਰੂ ਕਹਿੰਦੇ ਹਨ ਕਿ ਸਾਰਾ ਕੁਝ ਹੀ ਅਮੁੱਲ ਹੈ। ਗੱਲ ਕੀ ਕਿ ਉਹ ਅਕਾਲ ਪੁਰਖ ਅਮੁੱਲ ਹੈ ਤੇ ਉਹਦੇ ਅਸੀਂ ਕਿਸੇ ਵੀ ਐਸਪੈਕਟ ਨੂੰ ਦੇਖੀਏ ਤੇ ਹਰ ਐਸਪੈਕਟ ਦੇ ਵਿੱਚ ਉਹ ਅਮੁੱਲ ਹੈ, ਭਾਵ ਉਹ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦੀ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਤੇ ਸਤਿਗੁਰੂ ਜੀ ਕਹਿੰਦੇ ਹਨ ਉਹਦਾ ਬਖਸ਼ਿਸ਼, ਉਹਦਾ ਹੁਕਮ, ਉਹਦਾ ਜੋ ਪ੍ਰਵਾਨਗੀ ਦਾ ਨਿਸ਼ਾਨ, ਉਹਦੀ ਮਿਹਰ, ਉਹਦਾ ਹੁਕਮ, ਇਹ ਸਭ ਕੁਝ ਅਮੁੱਲ ਹੈ, ਅਮਿੱਤ ਹੈ, ਇਹ ਮਿਣਿਆ ਨਹੀਂ ਜਾ ਸਕਦਾ। ਤੇ ਇਹੀ ਨਹੀਂ ਕਿ ਅੱਗੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਉਹਨਾਂ ਨੂੰ ਅਗਰ ਅਸੀਂ ਮਤਲਬ ਕਿਹਾ ਹੀ ਨਹੀਂ ਜਾ ਸਕਦਾ, ਅਮੁੱਲੋ ਅਮੁੱਲ ਆਖਿਆ ਨਾ ਜਾਏ। ਹਾਂਜੀ, ਅੱਗੇ ਚੱਲੋ ਜੀ। ਤੋ ਸਤਿਗੁਰੂ ਜੀ ਅੱਗੇ ਜ਼ਿਕਰ ਕਰਦੇ ਹਨ ਕਿ ਉਹ ਇੰਨਾ ਅਮੁੱਲ ਹੈ ਕਿ ਸਭ
ਆਖ ਰਹੇ ਹਨ, ਅਮੁੱਲੋ ਅਮੁੱਲ ਆਖਿਆ ਨਾ ਜਾਏ। ਉਹ ਇੰਨਾ ਅਮੁੱਲ ਹੈ, ਇੰਨਾ ਅਮਿੱਤ ਹੈ, ਇੰਨਾ ਵੱਡਾ ਹੈ, ਇੰਨਾ ਬੇਅੰਤ ਹੈ ਕਿ ਅਸੀਂ ਉਹਦੇ ਬਾਰੇ ਦੱਸ ਨਹੀਂ ਸਕਦੇ, ਬਿਆਨ ਨਹੀਂ ਕਰ ਸਕਦੇ। ਤੇ ਬੜੇ ਲੋਕ ਜਿਹੜੇ ਹਨ, ਜਿਹੜੇ ਸਮਝਦੇ ਹਨ ਕਿ ਅਸੀਂ ਇਹ ਕੰਮ ਕਰਨ ਦੀ ਸਮਰੱਥਾ ਰੱਖਦੇ ਹਨ, ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ, ਬੜੇ ਧਿਆਨ ਨਾਲ ਲੱਗੇ ਹੋਏ ਹਨ। ਤੇ ਇਹਨਾਂ ਦੇ ਵਿੱਚ ਸਤਿਗੁਰਾਂ ਨੇ ਫਿਰ ਜ਼ਿਕਰ ਕੀਤਾ ਹੈ ਕਿ ਇਹ ਕੌਣ ਹਨ? ਇਹ ਵੇਦ ਹਨ, ਪਾਠ ਹਨ, ਪੁਰਾਣਾਂ ਦੇ ਪਾਠ ਹਨ, ਪੜ੍ਹੇ ਹੋਏ ਲੋਕ ਹਨ ਜਿਹੜੇ ਵਿਖਿਆਨ ਕਰਦੇ ਹਨ। ਬ੍ਰਹਮੇ ਵੀ ਹਨ, ਇੰਦਰ ਵੀ ਹਨ, ਗੋਪੀਆਂ, ਕਾਣ, ਸ਼ਿਵ, ਸਿੱਧ, ਬੁੱਧ, ਦਾਨਵ, ਦੇਵਤੇ, ਸੁਰ, ਨਰ, ਮੁਨ, ਜਨ, ਸੇਵਕ, ਇਹ ਸਾਰੇ ਹੀ ਆਖਣ ਲੱਗੇ ਹੋਏ ਹਨ। ਹੁਣ ਇਹ ਸਾਰੇ ਉਹ ਹਨ ਜਿਨ੍ਹਾਂ ਨੂੰ ਅਸੀਂ ਵੱਡੇ ਗਿਣਦੇ ਹਾਂ, ਗਿਆਨਵਾਨ ਗਿਣਦੇ ਹਾਂ, ਦਿਵ ਦ੍ਰਿਸ਼ਟੀ ਵਾਲੇ ਗਿਣਦੇ ਹਾਂ, ਜਿਨ੍ਹਾਂ ਨੂੰ ਇੰਨਾ ਗਿਆਨ ਹੈ ਜਿਹੜਾ ਇੱਕ ਆਮ ਮਨੁੱਖ ਨੂੰ ਨਹੀਂ ਹੁੰਦਾ। ਉਹ ਸਾਰੀਆਂ ਕੈਟੇਗਰੀ ਸਤਿਗੁਰੂ ਜੀ ਨੇ ਗਿਣਾ ਦਿੱਤੀ। ਉਹ ਇੰਨਾ ਬੇਅੰਤ ਹੈ, ਉਹ ਇੰਨਾ ਅਮੁੱਲ ਹੈ ਕਿ ਉਹਨੂੰ ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਦੱਸਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਬਿਆਨ ਕਰਨ ਵਾਲੇ ਵੀ ਅਨੇਕਾਂ ਹਨ ਜਿਹੜੇ ਸਤਿਗੁਰੂ ਜੀ ਨੇ ਸਾਨੂੰ ਗਿਣਾ ਦਿੱਤੇ ਹਨ। ਤੇ ਸਤਿਗੁਰੂ ਜੀ ਕਹਿੰਦੇ ਹਨ, ਇਹੋ ਜਿਹੇ ਅਨੇਕਾਂ ਆਖੀ ਜਾ ਰਹੇ ਹਨ, ਕਹਿਣ ਦੀ ਕੋਸ਼ਿਸ਼ ਕਰੀ ਜਾ ਰਹੇ ਹਨ, ਇਸ ਜਗਤ ਦੇ ਵਿੱਚ ਆ ਰਹੇ ਹਨ, ਜਾ ਰਹੇ ਹਨ। ਇਹੋ ਜਿਹੇ ਪਤਾ ਨਹੀਂ ਕਿੰਨੇ ਹੋਰ ਵੀ ਆ ਜਾਣ, ਕਿੰਨੇ ਹੋਰ ਉਹ ਪੈਦਾ ਕਰ ਦੇਵੇ, ਕਿੰਨੇ ਹੋਰ ਉਹ ਆ ਜਾਣ ਤੇ ਇੱਥੋਂ ਚਲੇ ਜਾਣ। ਸਤਿਗੁਰੂ ਜੀ ਕਹਿ ਦਿੰਦੇ ਨੇ, ਕਹਿ ਰਹੇ ਹਨ, ਤਾਂ ਆਖ ਨਾ ਸਕੈ ਕੇਈ ਕੇ। ਮਤਲਬ ਇਹ ਸਾਰਿਆਂ ਦੀ ਗਿਣਤੀ ਸਤਿਗੁਰੂ ਜੀ ਕਰਕੇ ਕਹਿੰਦੇ ਨੇ, ਅਨੇਕਾਂ ਇਹਨਾਂ ਵਰਗੇ ਆਏ, ਅਨੇਕਾਂ ਗਏ, ਅਨੇਕਾਂ ਹੋਰ ਵੀ ਆ ਜਾਣ, ਹੋਰ ਗੱਲਾਂ ਕਰ ਲੈਣ, ਹੋਰ ਬਿਆਨ ਕਰਨ ਦੀ ਕੋਸ਼ਿਸ਼ ਕਰ ਲੈਣ, ਸਾਰਾ ਕੁਝ ਕਰ ਲਏ, ਹਰ ਬੰਦਾ ਜਗਤ ਦਾ ਲੱਗਾ ਰਵੇ ਤੇ ਤਾਂ ਵੀ ਆਖ ਨਾ ਸਕੈ ਕੇਈ ਕੇ। ਜਿਹੜਾ ਵੀ ਬੰਦਾ ਇਹ ਸਮਝਦਾ ਹੈ ਕਿ ਮੇਰੇ 'ਚ ਕੁਝ ਵੀ ਸਮਰੱਥਾ ਹੈ ਉਸ ਅਕਾਲ ਪੁਰਖ ਨੂੰ ਬਿਆਨ ਕਰਨ ਦੀ, ਉਹ ਲੱਗਾ ਰਵੇ, ਤਾਂ ਆਖ ਨਾ ਸਕੈ ਕੇਈ ਕੇ। ਪਰ ਇਹ ਕਿਹਾ ਨਹੀਂ ਜਾ ਸਕਦਾ। ਕਾਰਨ ਕੀ ਹੈ? ਕਿਉਂ ਨਹੀਂ ਕਿਹਾ ਜਾ ਸਕਦਾ? ਉਹ ਅਕਾਲ ਪੁਰਖ ਨੂੰ ਬਿਆਨ ਕਿਉਂ ਨਹੀਂ ਕੀਤਾ ਜਾ ਸਕਦਾ? ਉਹਦੇ ਬਾਰੇ ਪੂਰੀ ਤੌਰ ਤੇ ਦੱਸਿਆ ਕਿਉਂ ਨਹੀਂ ਜਾ ਸਕਦਾ? ਕਿਉਂਕਿ ਅਸੀਂ ਉਹਦੇ ਵੱਡੇ ਹੋਣ ਦਾ ਕਿਵੇਂ ਅੰਦਾਜ਼ਾ ਲਗਾਈਏ? ਜੇਵਡ ਭਾਵੈ ਤੇਵਡ ਹੋਏ। ਉਹ ਕਿੰਨਾ ਕੁ ਵੱਡਾ ਹੈ, ਇਹ ਵੀ ਉਹਦੇ ਆਪਣੇ ਭਾਉਣ ਤੇ ਡਿਪੈਂਡ ਕਰਦਾ ਹੈ ਕਿ ਉਹ ਕਿੰਨਾ ਹੈ। ਉਹਨੂੰ ਜਦੋਂ ਭਾਉਂਦਾ ਹੈ, ਉਹ ਜਿੰਨਾ ਚਾਹੁੰਦਾ ਹੈ ਓਨਾ ਵੱਡਾ ਹੋ ਜਾਂਦਾ ਹੈ। ਤਾਂ ਫਿਰ ਅਸੀਂ ਉਹਨੂੰ ਤੋਲੀਏ ਕਿਵੇਂ? ਉਹਦਾ ਮੁੱਲ ਕਿਵੇਂ ਪਾਈਏ? ਕਿਉਂਕਿ ਉਹ ਤਾਂ ਜਦੋਂ ਮਰਜ਼ੀ, ਜਿੰਨਾ ਮਰਜ਼ੀ ਵੱਡਾ ਸਾਡੇ ਸਾਹਮਣੇ ਹੋ ਕੇ ਆ ਜਾਵੇ। ਕਿਉਂਕਿ ਇਹ ਤਾਂ ਸਾਡੇ ਸਿਰਫ ਨਜ਼ਰੀਏ ਦੀ ਗੱਲ ਹੈ, ਸਾਡੇ ਸਮਝਣ ਦੀ ਗੱਲ ਹੈ। ਉਸ ਅਕਾਲ ਪੁਰਖ ਦੀ ਤਾਂ ਕੋਈ ਲਿਮਿਟੇਸ਼ਨ ਨਹੀਂ ਹੈ। ਤੇ ਜੇ ਉਹਦੀ ਕੋਈ ਇੱਕ ਮੁੱਲ ਹੀ ਨਹੀਂ ਹੈ, ਇੱਕ ਮੇਜਰਮੈਂਟ ਹੀ ਨਹੀਂ ਹੈ, ਉਹ ਕਿੰਨਾ ਵੀ ਵੱਡਾ ਹੋ ਸਕਦਾ ਹੈ। ਜੇਵਡ ਭਾਵੈ ਤੇਵਡ ਹੋਏ। ਤਾਂ ਫਿਰ ਉਹਦੇ ਬਾਰੇ ਕੋਈ ਦੱਸੇ ਤੇ ਕਿਵੇਂ ਦੱਸੇ? ਕਿਹੜੇ ਸ਼ਬਦਾਂ ਦੇ ਵਿੱਚ ਦੱਸੇ? ਕਿਹੜੇ ਪੈਮਾਨੇ ਨਾਲ ਦੱਸੇ? ਕਿਸ ਤਰ੍ਹਾਂ ਦੱਸੇ? ਸਤਿਗੁਰੂ ਜੀ ਕਹਿੰਦੇ ਹਨ, ਨਾਨਕ ਜਾਣੈ ਸਾਚਾ ਸੋਇ। ਉਹ ਕਿੰਨਾ ਕੁ ਵੱਡਾ ਹੈ, ਇਹ ਬਸ ਉਹ ਅਕਾਲ ਪੁਰਖ ਹੀ ਜਾਣਦਾ ਹੈ। ਉਹ ਸੱਚਾ ਸਦਾ ਸਥਿਰ ਰਹਿਣ ਵਾਲਾ ਅਕਾਲ ਪੁਰਖ ਹੀ। ਹੋਰ ਕੋਈ ਮਨੁੱਖ ਉਹਦਾ ਕੀਤਾ ਹੋਇਆ ਉਹਦੇ ਬਾਰੇ ਕੁਝ ਪੂਰੀ ਤਰ੍ਹਾਂ ਜਾਣ ਨਹੀਂ ਸਕਦਾ, ਉਹਨੂੰ ਬਿਆਨ ਨਹੀਂ ਕਰ ਸਕਦਾ। ਤੇ ਜਿਹੜਾ ਕੋਈ ਇਹ ਗਲਤੀ ਕਰਦਾ ਹੈ ਕਿ ਮੈਂ ਉਹਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਾਂ, ਜੇ ਕੋ ਆਖੈ ਬੋਲ ਵਿਗਾੜ, ਤੇ ਸਤਿਗੁਰਾਂ ਨੇ ਉੱਥੇ ਸ਼ਬਦ ਵਰਤਿਆ ਬੋਲ ਵਿਗਾੜ। ਉਹਨੂੰ ਵਿਗੜੇ ਹੋਏ ਬੋਲਾਂ ਵਾਲਾ ਕਿਹਾ। ਤੇ ਉਹਨੂੰ ਕਿਹਾ ਕੀ ਹੈ? ਤਾਂ ਲਿਖਿਆ ਸਿਰ ਗਵਾਰਾਂ ਗਵਾਰ, ਗਵਾਰਾਂ ਗਵਾਰ ਭਾਵ ਮੂਰਖਾਂ ਸਿਰ ਮੂਰਖ ਹੈ ਜੋ ਉਹਨੂੰ ਬਿਆਨ ਕਰਨ ਦੀ ਹਮਾਕਤ ਕਰਦਾ ਹੈ। ਇਹ ਕਹਿੰਦਾ ਵੀ ਹੈ ਕਿ ਮੈਂ ਉਹਦੇ ਬਾਰੇ ਦੱਸ ਸਕਦਾ ਹਾਂ। ਇਹ ਨਹੀਂ ਕਿ ਅਸੀਂ ਇਸ ਗੱਲ ਨੂੰ ਸਮਝੀਏ ਕਿ ਅਜਿਹਾ ਕਹਿਣ ਵਾਲੇ ਇਸ ਜਗਤ ਵਿੱਚ ਹੀ ਨਹੀਂ ਹਨ। ਸਾਡੇ ਇੱਥੇ ਹਿੰਦੁਸਤਾਨ ਵਿੱਚ ਹੀ ਇੱਕ ਸਾਡੇ ਵਿੱਚੋਂ ਹੀ ਨਿਕਲੇ ਹੋਇਆ ਇੱਕ ਸੰਪਰਦਾ ਹੈ, ਕਹਿ ਲਈਏ, ਜਾਂ ਬ੍ਰਾਂਚ ਉਹਨਾਂ ਨੇ ਆਪਣੀ ਬਣਾ ਲਈ ਹੈ। ਵਿਗੜੇ ਹੋਏ ਅਸੀਂ ਕਹਿੰਦੇ ਆ ਉਹਨਾਂ ਨੂੰ। ਉਹ ਤੇ ਦੋ ਤਲੀਆਂ ਦੇ ਵਿੱਚ ਰੱਬ ਨੂੰ ਵੀ ਕੱਢ ਕੇ ਦਿਖਾ ਦਿੰਦੇ।
ਇਸ ਹੱਦ ਤੱਕ ਲੋਕਾਂ ਨੂੰ, ਇਹ ਸਭ ਲੋਕਾਂ ਨੂੰ ਬੇਵਕੂਫ ਬਣਾਉਣ ਦੀਆਂ ਗੱਲਾਂ ਹੀ ਹਨ। ਜਦੋਂ ਕੋਈ ਮਨੁੱਖ ਇਹ ਕਹਿੰਦਾ ਹੈ ਕਿ ਮੈਂ ਦੱਸ ਸਕਦਾ ਹਾਂ ਕਿ ਰੱਬ ਕੌਣ ਹੈ, ਰੱਬ ਕਿੱਡਾ ਕੁ ਹੈ, ਰੱਬ ਕੀ ਕਰਦਾ ਹੈ, ਸਤਿਗੁਰੂ ਕਹਿੰਦੇ ਹਨ ਅਸਲ ਦੇ ਵਿੱਚ ਉਹ ਮੂਰਖਾਂ ਦੇ ਸਿਰ ਮੂਰਖ ਹਨ। ਉਹ ਵਿਗੜੇ ਹੋਏ ਬੋਲਾਂ ਵਾਲੇ ਹਨ, ਉਹ ਦੱਸ ਨਹੀਂ ਸਕਦੇ, ਉਹ ਬੇਵਕੂਫ ਲੋਕ। ਹੁਣ ਸਤਿਗੁਰੂ ਜੀ ਨੇ ਇਸ ਪੌੜੀ ਦੇ ਵਿੱਚ ਸਾਨੂੰ ਜਿਹੜੀਆਂ ਐਗਜ਼ਾਮਪਲਸ ਦੇ ਦੇ ਕੇ ਸਮਝਾਇਆ ਹੈ, ਉਹ ਹਨ ਜਿਨ੍ਹਾਂ ਨੂੰ ਅਸੀਂ ਵੱਡੇ ਗਿਆਨ ਵਾਲੇ ਉੱਚੇ ਮੰਨਦੇ ਹਾਂ। ਹੁਣ ਸਤਿਗੁਰੂ ਜੀ ਨੇ ਇਹੀ ਗੱਲ ਸਾਨੂੰ ਅਗਲੀ ਪੌੜੀ ਦੇ ਵਿੱਚ ਵੀ ਸਮਝਾਈ ਹੈ ਕਿ ਭਾਈ ਉਹ ਅਕਾਲ ਪੁਰਖ ਸਭ ਤੋਂ ਵੱਡਾ ਹੈ। ਜੇਵੜ ਭਾਵੈ ਤੇਵੜ ਹੋਏ। ਤੋ ਅਕਾਲ ਪੁਰਖ ਸਭ ਤੋਂ ਵੱਡਾ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਨਾਨਕ ਜਾਣੈ ਸਾਚਾ ਸੋਏ। ਅਸੀਂ ਉਹਨੂੰ ਬਿਆਨ ਤਾਂ ਨਹੀਂ ਕਰ ਸਕਦੇ, ਪਰ ਸਾਡੇ ਵਰਗੇ ਮੂਰਖਾਂ ਨੂੰ, ਸਾਡੇ ਵਰਗੇ ਛੋਟੀ ਮੱਤ ਵਾਲਿਆਂ ਨੂੰ, ਸਾਡੀ ਸਮਝ ਵਾਲੇ ਲੋਕਾਂ ਨੂੰ ਸਮਝਾਉਣ ਦਾ ਹੁਣ ਅਗਲੀ ਪੌੜੀ ਦੇ ਵਿੱਚ ਉਹ ਇੱਕ ਹੋਰ ਢੰਗ ਵਰਤ ਰਹੇ। ਉਹ ਕੀ ਵਰਤ ਰਹੇ ਹਨ? ਇੱਕ ਹੁਣ ਤੱਕ ਤੇ ਉਹਨਾਂ ਨੇ ਇਹਦੇ ਵਿੱਚ ਤਾਂ ਇੱਕ ਐਬਸਟ੍ਰੈਕਟ ਜਿਹੜੇ ਚੀਜ਼ਾਂ ਨੇ ਉਹ ਸਾਰੀਆਂ ਲਈਆਂ ਹਨ। ਹੁਣ ਇਸੇ ਕਨਸੈਪਟ ਨੂੰ ਕਿ ਪਰਮਾਤਮਾ ਬਹੁਤ ਵੱਡਾ ਹੈ, ਵਾਹਿਗੁਰੂ ਬਹੁਤ ਵੱਡਾ ਹੈ, ਇਸ ਗੱਲ ਨੂੰ ਸਮਝਾਉਣ ਲਈ ਹੁਣ ਉਹ ਕੰਕਰੀਟਾਈਜ਼ ਕਰ ਰਹੇ ਹਨ ਇੱਕ ਡਰਾਮੈਟਿਕ ਤਰੀਕੇ ਦੇ ਨਾਲ। ਜਿਵੇਂ ਅਸੀਂ ਆਮ ਜੀਵਨ ਦੇ ਵਿੱਚ ਗੱਲ ਨੂੰ ਸਮਝਾਉਣ ਲਈ ਢੰਗ ਵਰਤਦੇ ਹਾਂ, ਉਸੇ ਤਰ੍ਹਾਂ ਹੀ ਸਤਿਗੁਰੂ ਹੋਰ ਢੰਗ ਵਰਤ ਰਹੇ ਹਨ। ਤੋ ਅਗਲੀ ਪੌੜੀ ਦੇ ਵਿੱਚ, ਹਾਂ ਮੈਨੂੰ ਮਾਫੀ ਦੇਣਾ ਜੀ, ਪਿਛਲੀ ਪੌੜੀ ਦਾ ਪਾਠ ਕਰਨਾ ਰਹਿ ਗਿਆ। ਆਓ ਪਹਿਲਾਂ ਇਸ ਪੌੜੀ ਦਾ ਪਾਠ ਕਰ ਲਈਏ ਜੀ, ਮੈਂ ਮਾਫੀ ਮੰਗਦਾ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾਂ, ਕੀਤੇ ਵਾਵਣ ਹਾਰੇ। ਕੀਤੇ ਰਾਗ ਪਰੀ ਸਿਉ ਕਈਆਂ, ਕੀਤੇ ਰਾਗ ਪਰੀ ਸਿਉ ਕਈਆਂ, ਕੀਤੇ ਗਾਵਣ ਹਾਰੇ। ਗਾਵੈ ਤੋਨੋ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ। ਗਾਵੈ ਇੰਦ ਇੰਦਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵੈ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਗਾਵੈ ਮੋਹਣੀਆ ਮਨ ਮੋਹਨ, ਸੁਰਗਾ ਮੱਛ ਪਿਆਲੇ। ਗਾਵਨ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵੈ ਜੋਧ ਮਹਾਬਲ ਸੂਰਾ, ਗਾਵੈ ਖਾਣੀ ਚਾਰੇ। ਗਾਵੈ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸੇਈ ਤੁਧ ਨੋ ਗਾਵੈ, ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਗਾਵਨ, ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਵੀ ਹੋਸੀ ਜਾਏ ਨਾ ਜਸ। ਸੌਰੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜ਼ਾ। ਤਾਂ ਹੁਣ ਸਤਿਗੁਰੂ ਜੀ ਇਸ ਪੌੜੀ ਦੇ ਵਿੱਚ ਇੱਕ ਹੋਰ ਢੰਗ ਦੇ ਨਾਲ ਸਾਨੂੰ ਜਿਹੜੀ ਗੱਲ ਪਿਛਲੀ ਪੌੜੀ ਦੇ ਵਿੱਚ ਸਮਝਾਈ ਹੈ ਕਿ ਉਹ ਅਕਾਲ ਪੁਰਖ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਅਸੀਂ ਉਹਦਾ ਅੰਦਾਜ਼ਾ ਨਹੀਂ ਲਗਾ ਸਕਦੇ, ਪਰ ਸਾਨੂੰ ਸਮਝਾਉਣ ਦਾ ਇੱਕ ਹੋਰ ਢੰਗ ਵਰਤ ਲਏ। ਸਤਿਗੁਰੂ ਜੀ ਕਹਿ ਰਹੇ ਹਨ ਕਿ ਇਉਂ ਸਮਝੋ ਕਿ ਉਸ ਅਕਾਲ ਪੁਰਖ ਦਾ ਦਰਬਾਰ ਲੱਗਾ ਹੋਇਆ। ਤਾਂ ਦਰਬਾਰ ਲੱਗਦਾ ਹੈ ਤਾਂ ਦਰਬਾਰ ਕਿਸ ਦਾ ਲੱਗਦਾ ਹੈ? ਜੋ ਬਾਦਸ਼ਾਹ ਹੋਵੇ, ਮੁਲਕ ਦਾ ਮਾਲਕ ਹੋਵੇ, ਤਾਂ ਇਹ ਜਗਤ ਦੇ ਮਾਲਕ ਦਾ ਦਰਬਾਰ ਹੈ। ਉੱਥੇ ਦਰਬਾਰ ਦੇ ਵਿੱਚ ਕੌਣ ਕੌਣ ਹਾਜ਼ਰੀ ਭਰ ਰਿਹਾ? ਸਤਿਗੁਰੂ ਜੀ ਕਹਿੰਦੇ ਹਨ ਕਿ ਤੁਸੀਂ ਇਹ ਸੋਚੋ
ਕਿ ਉਹ ਅਕਾਲ ਪੁਰਖ ਇਸ ਜਗਤ ਦੀ ਸੰਭਾਲ ਕਰਨ ਵਾਲਾ, ਜਿੱਥੇ ਪੂਰੇ ਜਗਤ ਦੀ ਸੰਭਾਲ ਕਰਦੇ ਆ, ਜੇ ਐਸਾ ਦਰਬਾਰ ਉਹਦਾ ਹੋਵੇ ਵੀ ਤਾਂ ਉਹ ਕਿੱਡਾ ਕੁ ਵੱਡਾ ਹੋਵੇ। ਉਹਦੇ ਦਰਬਾਰ ਦਾ ਉਹ ਦਰਵਾਜ਼ਾ ਜਿੱਥੋਂ ਲੰਘ ਕੇ ਹਰ ਕੋਈ ਜਾਂਦਾ ਹੈ, ਜਿੱਥੇ ਨਮਸਕਾਰ ਕਰਕੇ ਅੰਦਰ ਜਾਂਦਾ ਹੈ, ਉਹ ਕਿੱਡਾ ਕੁ ਵੱਡਾ ਹੋਵੇ। ਉਹ ਕੈਸਾ ਹੋਵੇਗਾ, ਕੈਸਾ ਅਨੂਪ ਹੋਵੇਗਾ, ਕੈਸਾ ਸੁੰਦਰ ਹੋਵੇਗਾ, ਕੈਸਾ ਮਹਾਨ ਹੋਵੇਗਾ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਦਰਬਾਰ ਲੱਗਾ ਹੋਇਆ ਹੈ, ਭਾਵ ਉਹਦੇ ਅੰਦਰ ਉਸ ਦੇ ਗੁਣ ਗਾਣ ਵਾਲੇ ਵੀ ਅਨੇਕਾਂ ਹਨ, ਉਹਦੇ ਦਰ ਦੇ ਮੰਗਤੇ ਵੀ ਅਨੇਕਾਂ ਹਨ। ਕਿਉਂਕਿ ਦਰ ਦੇ ਉੱਤੇ ਗੁਣ ਕੌਣ ਗਾਉਂਦਾ ਹੈ? ਦਰ ਦੇ ਉੱਤੇ ਗੁਣ ਤਾਂ ਉਹੀ ਗਾਉਂਦਾ ਹੈ ਜਿਹਨੇ ਉੱਥੋਂ ਕੁਝ ਪ੍ਰਾਪਤ ਕਰਨਾ ਹੁੰਦਾ ਹੈ, ਮੰਗਣਾ ਹੁੰਦਾ ਹੈ, ਲੈਣਾ ਹੁੰਦਾ ਹੈ। ਉਹ ਗੁਣ ਗਾਉਂਦਾ ਹੈ ਤਾਂ ਕਿ ਦੇਣ ਵਾਲੇ ਦੇ ਮਨ ਦੇ ਵਿੱਚ ਮੇਰੇ ਵਾਸਤੇ ਕੋਈ ਤਰਸ ਦੀ ਭਾਵਨਾ ਪੈਦਾ ਹੋਵੇ, ਮੇਰੇ ਵਾਸਤੇ ਪਿਆਰ ਦੀ ਭਾਵਨਾ ਪੈਦਾ ਹੋਵੇ ਤੇ ਉਹ ਮੈਨੂੰ ਦਾਤਾ ਦੇਵੇ। ਅਸੀਂ ਰੋਜ਼ ਦੇਖਦੇ ਹਾਂ ਦਰਵਾਜ਼ਿਆਂ ਤੇ ਖੜੇ ਮੰਗਤੇ ਅਸੀਸਾਂ ਦੇਈ ਜਾਣਗੇ, ਗੁਣ ਗਾਈ ਜਾਣਗੇ, ਤੇਰੇ ਬੱਚੇ ਵੱਡੇ ਹੋਣ, ਤੇਰੇ ਇਹ ਘਰ ਚ ਇਹ ਬਰਕਤ ਪਵੇ, ਉਹ ਹੋਵੇ। ਉਹ ਗੁਣ ਗਾ ਰਹੇ ਹਨ ਕਿ ਤੂੰ ਬਹੁਤ ਵੱਡਾ ਹੈ। ਤੇ ਸਤਿਗੁਰੂ ਕਹਿੰਦੇ ਹਨ ਕਿ ਇਉਂ ਸਮਝੋ ਕਿ ਉਹ ਅਕਾਲ ਪੁਰਖ ਦਾ ਦਰਬਾਰ ਲੱਗਾ ਹੋਇਆ ਹੈ ਤੇ ਉਹਦੇ ਦਰਬਾਰ ਦੇ ਵਿੱਚ ਕਿਹੜੇ ਕਿਹੜੇ ਮੰਗਤੇ, ਕਿਹੜੇ ਕਿਹੜੇ ਛੋਟੇ ਲੋਕ, ਕਿਹੜੇ ਕਿਹੜੇ ਨਿੱਕੇ ਨਿੱਕੇ ਲੋਕ ਉੱਥੇ ਗੁਣ ਗਾ ਰਹੇ ਹਨ, ਉਹਦੇ ਦਰ ਦੇ ਉੱਤੇ ਖੜੇ, ਉਹਦੇ ਦਰਬਾਰ ਦੇ ਵਿੱਚ ਖੜੇ। ਤੇ ਹੁਣ ਸਤਿਗੁਰੂ ਜੀ ਸਾਨੂੰ ਸਮਝਾਉਣ ਲਈ ਕੀ ਕਹਿ ਰਹੇ ਹਨ ਕਿ ਇੱਕ ਤਾਂ ਅਸੀਂ ਉਹਨਾਂ ਨੂੰ ਬਹੁਤ ਵੱਡੇ ਗਿਣਦੇ ਹਾਂ ਜਿਨ੍ਹਾਂ ਨੂੰ ਅਸੀਂ ਸੁਪਰ ਨੈਚੁਰਲ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਦਰਜਾ ਦਿੱਤਾ ਹੋਇਆ ਆਮ ਜੀਵਨ ਦੇ ਵਿੱਚ। ਤਾਂ ਸਤਿਗੁਰੂ ਜੀ ਕਹਿੰਦੇ ਹਨ ਉਹ ਤੇ ਸਾਰੇ ਅਕਾਲ ਪੁਰਖ ਦੇ ਸੋਹਲੇ ਗਾ ਰਹੇ ਹਨ। ਇਹਦੇ ਸਤਿਗੁਰੂ ਜੀ ਨੇ ਕਿਹਦਾ ਕਿਹਦਾ ਜ਼ਿਕਰ ਕੀਤਾ? ਰਾਗਾਂ ਦਾ, ਰਾਗੜੀਆਂ ਦਾ, ਗਾਉਣ ਵਾਲਿਆਂ ਦਾ, ਪਵਨ ਪਾਣੀ ਬਸੰਤਰ ਦਾ, ਧਰਮਰਾਜ ਦਾ, ਚਿੱਤਰਗੁਪਤ ਦਾ। ਤੋ ਇਹ ਸਾਰਿਆਂ ਦਾ ਜ਼ਿਕਰ ਕਰਦੇ ਹਨ। ਫਿਰ ਅੱਗੇ ਕਹਿੰਦੇ ਹਨ ਕਿ ਈਸ਼ਰ ਬ੍ਰਹਮਾ ਦੇਵੀ, ਭਾਵ ਸ਼ਿਵ ਬ੍ਰਹਮਾ ਤੇ ਦੇਵੀਆਂ, ਇਹ ਵੀ ਗਾ ਰਹੇ ਹਨ ਤੇਰੇ ਦਰ ਦੇ ਉੱਤੇ ਖੜੇ। ਇੰਦਰ ਇੰਦਰਾਸਨ ਬੈਠੇ, ਇੰਦਰ ਆਪਣੇ ਆਸਣ ਦੇ ਉੱਤੇ ਬੈਠਾ। ਇੰਦਰ ਆਸਣ ਤੇ ਕਦੋਂ ਬੈਠਦਾ ਹੈ? ਆਪਣੇ ਸਿੰਘਾਸਨ ਤੇ ਕਦੋਂ ਬੈਠਦਾ ਹੈ? ਜਦੋਂ ਉਹਦਾ ਦਰਬਾਰ ਲੱਗਾ ਹੁੰਦਾ, ਕਿਉਂਕਿ ਇੰਦਰ ਨੂੰ ਦੇਵਤਿਆਂ ਦਾ ਰਾਜਾ ਕਿਹਾ ਗਿਆ। ਤੇ ਜਦੋਂ ਉਹਦਾ ਦਰਬਾਰ ਲੱਗਾ ਹੈ ਤਾਂ ਫਿਰ ਉਹਦੀ ਹਾਜ਼ਰੀ ਵਿੱਚ ਨਾਲ ਉਹਦੇ ਕੌਣ ਆ ਗਏ ਵਿੱਚ? ਇੰਦਰਾਸਨ ਬੈਠੇ ਦਾ ਮਤਲਬ ਕੀ ਹੋ ਗਿਆ ਕਿ ਉਹ ਆਸਣ ਦੇ ਉੱਤੇ ਬੈਠਾ ਹੈ, ਉਹਦਾ ਦਰਬਾਰ ਲੱਗਾ ਹੋਇਆ ਹੈ। ਜਿਹੜੇ ਉਹਦੇ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਹਨ ਉਹ ਵੀ ਇੰਦਰ ਦੇ ਨਾਲ ਅਕਾਲ ਪੁਰਖ ਦੇ ਅੱਗੇ ਗਾਵੇਂ, ਭਾਵ ਉਹਦੇ ਗੁਣ ਗਾ ਰਹੇ। ਸਾਰੇ ਦੇਵਤੇ ਨਾਲ ਹਨ ਤੇ ਤੇਰੇ ਦਰ ਦੇ ਉੱਤੇ ਖੜੇ ਗਾ ਰਹੇ ਹਨ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਇਹੀ ਨਹੀਂ, ਅੱਗੇ ਜਾ ਕੇ ਜ਼ਿਕਰ ਕਰਦੇ ਹਨ ਉਹਦੇ ਦਰਬਾਰ ਦੀਆਂ ਅਪੱਛਰਾਂ, ਜਿਨ੍ਹਾਂ ਨੂੰ ਬੜੀਆਂ ਪਾਵਰਫੁਲ ਦੱਸ ਕੇ ਵੱਡੇ ਵੱਡੇ ਰਿਸ਼ੀ ਮੁਨੀ ਜਿਨ੍ਹਾਂ ਦੇ ਅੱਗੇ ਝੁਕ ਜਾਂਦੇ ਸਨ, ਉਹਨਾਂ ਦੀਆਂ ਤਪੱਸਿਆਵਾਂ ਨੂੰ ਤੋੜ ਦਿੰਦੇ ਸਨ। ਤਾਂ ਉਹਨਾਂ ਦਾ ਵੀ ਸਤਿਗੁਰੂ ਜੀ ਅੱਗੇ ਨੇ ਮੋਹਣੀ ਮਨਮੋਹਨ ਦੀ ਗੱਲ ਵੀ ਕੀਤੀ ਹੈ। ਤਾਂ ਇਹ ਸਾਰੇ ਜਿਹੜੇ ਸੁਪਰ ਨੈਚੁਰਲ ਚੀਜ਼ਾਂ ਹਨ, ਦੇਵੀ ਦੇਵਤੇ ਹਨ, ਇਹ ਪੰਜਾਂ ਤੱਤਾਂ ਦੇ ਵਿੱਚੋਂ ਹਨ, ਜਿਨ੍ਹਾਂ ਨੂੰ ਬਹੁਤ ਵੱਡੇ ਗਿਣਿਆ ਜਾਂਦਾ ਹੈ, ਜਿਨ੍ਹਾਂ ਦੇ ਉੱਤੇ ਮਨੁੱਖ ਦਾ ਕੋਈ ਵੱਸ ਨਹੀਂ ਚੱਲਦਾ। ਉਹਨਾਂ ਸਾਰਿਆਂ ਦਾ ਜ਼ਿਕਰ ਕਰਕੇ ਸਤਿਗੁਰੂ ਜੀ ਨੇ ਉਹਨਾਂ ਨੂੰ ਕੀ ਦਿਖਾਇਆ ਹੈ ਕਿ ਉਹ ਤੇਰੇ ਦਰ ਦੇ ਉੱਤੇ, ਹੇ ਅਕਾਲ ਪੁਰਖ, ਹੇ ਵਾਹਿਗੁਰੂ, ਹੇ ਸੱਚੇ ਪਿਤਾ, ਉਹ ਤੇਰੇ ਦਰ ਦੇ ਮੰਗਤੇ ਹਨ। ਐਸਾ ਇਹਦਾ ਪਰਪਸ ਕੀ ਹੈ ਕਿ ਅਸੀਂ ਇਹ ਗੱਲ ਸਮਝ ਲਈਏ, ਗੁਰੂ ਕੇ ਸਿੱਖ ਹੋਣ ਦੇ ਨਾਤੇ ਇਹ ਗੱਲ ਸਮਝ ਲਈਏ ਕਿ ਇਹਨਾਂ ਵਿੱਚ ਕੋਈ ਵੀ ਜਿਹੜੀ ਸ਼ਕਤੀ ਬਣਾ ਕੇ ਸਾਨੂੰ ਦੱਸੀ ਜਾਂਦੀ, ਸਾਨੂੰ ਕਿਸੇ ਕਿਸਮ ਦੇ ਮੰਤਰ ਜਾਪ ਕਰਨ ਲਈ ਕਹਿ ਦਿੱਤੇ ਜਾਂਦੇ ਹਨ, ਸਾਨੂੰ ਕਹਿ ਦਿੱਤਾ ਜਾਂਦਾ ਹੈ ਕਿ ਸਾਰੇ ਧਰਮ ਇੱਕੋ ਜਿਹੇ ਹਨ, ਇਹ ਵੀ ਕਰਨ ਦੇ ਵਿੱਚ ਕੋਈ ਹਰਜ ਨਹੀਂ, ਏਦਾਂ ਵੀ ਕਰ ਲਓ। ਸਤਿਗੁਰੂ ਜੀ ਕਹਿੰਦੇ ਹਨ ਇਹ ਸਭ ਨਿਗੂਣੀਆਂ ਚੀਜ਼ਾਂ ਹਨ, ਉਹਦੇ ਦਰ ਦੇ ਮੰਗਤੇ ਹਨ, ਉਹਦੇ ਦਰ ਦੇ ਭਿਖਾਰੀ ਹਨ। ਕਿਤੇ ਇਹਨਾਂ ਦੇ ਪਿੱਛੇ ਮਤ ਲੱਗਣਾ, ਉਸ ਅਕਾਲ ਪੁਰਖ ਨਾਲ ਜੁੜੋ। ਫਿਰ ਅੱਗੇ ਸਤਿਗੁਰੂ ਜੀ ਜ਼ਿਕਰ ਕਰਦੇ ਹਨ ਵੱਡੇ ਵੱਡੇ ਪੁਰਖਾਂ ਦਾ। ਕੌਣ? ਸਿੱਧ, ਸਾਧ, ਜਤੀ, ਸਤੀ, ਸੰਤੋਖੀ, ਜਿਹੜੇ ਸੰਤੋਖ ਵਿੱਚ ਰਹਿੰਦੇ ਹਨ, ਜਤੀ ਸਤੀ ਹਨ, ਜਿਹੜੇ ਬੜੇ ਮਹਾਨ ਯੋਧੇ ਹਨ, ਰਖੀਸਰ ਹਨ, ਮਹਾਬਲੀ ਹਨ। ਸਤਿਗੁਰੂ ਜੀ ਉਹਨਾਂ ਦਾ ਜ਼ਿਕਰ ਕਰਦੇ। ਸਤਿਗੁਰੂ ਜੀ ਕਹਿੰਦੇ ਹਨ ਕਿ
ਇਹ ਸਾਰੇ ਵੀ ਹਨ ਜੋ ਇਹ ਵੀ ਤੇਰੇ ਦਰ ਦੇ ਮੰਗਤੇ ਹਨ। ਭਾਵ ਕੀ ਹੋਇਆ ਕਿ ਸਾਨੂੰ ਜਦੋਂ ਅਕਾਲ ਪੁਰਖ ਨਾਲ ਤੋੜਨਾ ਹੁੰਦਾ ਹੈ ਤਾਂ ਦੂਜਾ ਰਸਤਾ ਕੀ ਹੁੰਦਾ ਹੈ? ਪਹਿਲਾ ਰਸਤਾ ਹੈ ਕੋਈ ਸੁਪਰ ਨੈਚੁਰਲ ਪਾਵਰ ਸਾਡੇ ਸਾਹਮਣੇ ਅੱਗੇ ਖੜੀਆਂ ਕਰ ਦਿੱਤੀਆਂ ਨੇ ਕਿ ਫਲਾਣਾ ਦੇਵਤਾ ਇਹ ਦਏਗਾ, ਫਲਾਣੇ ਦੇਵਤੇ ਦਾ ਫਲਾਣੇ ਦਿਨ ਪੂਜਾ ਕਰੋ, ਫਲਾਣੇ ਦਿਨ ਵਰਤ ਰੱਖੋ, ਇਸ ਦਿਨ ਤੁਸੀਂ ਇਹ ਕਰਨਾ ਹੈ, ਇਸ ਦਿਨ ਇਹ ਨਹੀਂ ਕਰਨਾ, ਨਹੀਂ ਤੇ ਫਲਾਣਾ ਦੇਵਤਾ ਨਾਰਾਜ਼ ਹੋ ਜਾਏਗਾ। ਇੱਕ ਤਾਂ ਉਹ ਤਰੀਕਾ ਹੈ ਤੇ ਦੂਜਾ ਸਾਨੂੰ ਵਿਅਕਤੀਆਂ ਨਾਲ, ਜਿਨ੍ਹਾਂ ਨੂੰ ਅਸੀਂ ਆਮ ਭਾਸ਼ਾ ਵਿੱਚ ਦੇਹਧਾਰੀ ਕਹਿ ਦਿੰਦੇ ਹਾਂ, ਉਹਨਾਂ ਨਾਲ ਜੋੜ ਦਿੱਤਾ ਜਾਂਦਾ। ਸਤਿਗੁਰੂ ਜੀ ਨੇ ਹੁਣ ਉਹਨਾਂ ਵਿੱਚੋਂ ਵੀ ਜਿਹੜੇ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਨੇ ਉਹਨਾਂ ਦਾ ਵੀ ਜ਼ਿਕਰ ਕਰ ਦਿੱਤਾ। ਕਈ ਵਾਰ ਸਾਨੂੰ ਯੋਧਿਆਂ ਦਾ ਜ਼ਿਕਰ ਕਰਕੇ ਉਹਨਾਂ ਨੂੰ ਅਵਤਾਰ ਬਣਾ ਕੇ ਸਾਡੇ ਸਾਹਮਣੇ ਪੇਸ਼ ਕਰ ਦਿੱਤਾ ਜਾਂਦਾ, ਵੱਡੇ ਵੱਡੇ ਰਾਜਿਆਂ ਦਾ, ਯੋਧਿਆਂ ਦਾ, ਮਹਾਬਲੀਆਂ। ਕੋਈ ਵੱਡੇ ਸਿੱਧ ਹਨ, ਬੜੀਆਂ ਸ਼ਕਤੀਆਂ ਦੇ ਮਾਲਕ ਹਨ, 9 ਨਿਧੀ 18 ਸਿੱਧੀਆਂ ਇਹ ਪ੍ਰਾਪਤ ਕੀਤੀਆਂ ਹੋਈਆਂ ਹਨ। ਇਹ ਫਲਾਣੇ ਜਤੀ ਹਨ ਜੀ। ਅੱਜ ਸਾਡੇ 'ਚ ਵੀ ਬਾਲ ਬ੍ਰਹਮਚਾਰੀਆਂ ਦੇ ਡੇਰੇ ਬਣੇ ਹੋਏ ਹਨ, ਜਿਨ੍ਹਾਂ ਨੇ ਵਿਆਹ ਨਹੀਂ ਕਰਾਏ, ਉਹ ਜਤੀ ਹਨ। ਉਹ ਇਸ ਕਰਕੇ ਪੂਜਨੀਕ ਹਨ। ਉਹ ਤਿਆਗੀ ਹਨ, ਇਸ ਕਰਕੇ ਪੂਜਨੀਕ ਹਨ। ਉਹ ਸੰਤੋਖੀ ਹਨ ਜੀ, ਇਹਨਾਂ ਨੂੰ ਮਾਇਆ ਦੀ ਭੁੱਖ ਨਹੀਂ। ਭਾਵੇਂ ਉਹਨਾਂ ਦਾ ਡੇਰਾ ਜਿੰਨਾ ਕੁ ਉਹਨਾਂ ਦਾ ਪਹਿਲੇ ਘਰ ਹੁੰਦਾ ਸੀ ਉਹਦੇ ਨਾਲੋਂ 1000 ਗੁਣਾ ਵੱਡਾ ਡੇਰਾ ਕਿਉਂ ਨਾ ਉਹਨਾਂ ਨੇ ਬਣਾ ਲਿਆ ਹੋਵੇ, ਕਿਹਾ ਉਹਨਾਂ ਨੂੰ ਸੰਤੋਖੀ ਜਾਏਗਾ, ਕਿਹਾ ਉਹਨਾਂ ਨੂੰ ਤਿਆਗੀ ਜਾਏਗਾ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਬੜੇ ਵਿਦਵਾਨ ਹਨ। ਸਾਨੂੰ ਕਿਹਾ ਜਾਏਗਾ ਜੀ ਇਹ ਤੇ ਭਾਈ ਸਾਹਿਬ ਜਿਹੜੇ ਨੇ ਤਾਂ ਬ੍ਰਹਮ ਗਿਆਨੀ, ਉਹਨਾਂ ਦੇ ਨਾਲ 1008 108 ਤੇ ਪਤਾ ਨਹੀਂ ਕੀ ਕੀ ਲਗਾ ਕੇ ਦੱਸ ਦਿੱਤਾ ਜਾਂਦਾ ਹੈ। ਕਿਸੇ ਦੇ ਨਾਮ ਨਾਲ ਵੇਦਾਂਤੀ ਲਗਾ ਕੇ ਸਾਨੂੰ ਦੱਸ ਦਿੱਤਾ ਜਾਂਦਾ ਹੈ, ਕਿਸੇ ਦੇ ਨਾਲ ਕੁਝ ਹੋਰ ਨਾਮ ਲਾ ਕੇ ਸਾਨੂੰ ਦੱਸ ਦਿੱਤਾ ਜਾਂਦਾ ਹੈ। ਕਹਿਣ ਤੋਂ ਭਾਵ ਹੈ ਕਿ ਸਾਨੂੰ ਅਕਾਲ ਪੁਰਖ ਨਾਲੋਂ ਤੋੜਨ ਲਈ, ਗੁਰੂ ਨਾਲ ਤੋੜਨ ਲਈ ਦੂਜੀ ਕੈਟੇਗਰੀ ਮਨੁੱਖਾਂ ਨੂੰ ਖੜੀ ਕਰ ਦਿੱਤੀ ਜਾਂਦੀ ਹੈ। ਹੁਣ ਸਤਿਗੁਰੂ ਜੀ ਉਹਨਾਂ ਦਾ ਵੀ ਜ਼ਿਕਰ ਕਰਕੇ ਸਾਨੂੰ ਕਹਿ ਰਹੇ ਹਨ ਕਿ ਇਹ ਵੀ ਸਾਰੇ ਸਾਨੂੰ ਭਾਵੇਂ ਕਿੰਨੇ ਵੱਡੇ ਕਰਕੇ ਦਿਖਾ ਦਿੱਤੇ ਜਾਣ, ਅਸਲ ਦੇ ਵਿੱਚ ਹੈ ਅਕਾਲ ਪੁਰਖ ਦੇ ਦਰ ਤੇ ਮੰਗਤੇ ਹੀ ਹਨ। ਇਹਨਾਂ ਕੋਲ ਜੋ ਕੁਝ ਵੀ ਹੈ ਇਹ ਉੱਥੋਂ ਹੀ ਲਿਆ ਹੋਇਆ ਹੈ, ਇਹਨਾਂ ਹੋਰ ਕਿਤੋਂ ਕੁਝ ਨਹੀਂ ਲਿਆ। ਤੇ ਅੱਗੇ ਜਾ ਕੇ ਸਤਿਗੁਰੂ ਜੀ ਕਹਿੰਦੇ ਹਨ ਤੀਜੀ ਚੀਜ਼ ਜਿਹੜੀ ਸਾਨੂੰ ਅਕਾਲ ਪੁਰਖ ਨਾਲ ਤੋੜਨ ਵਾਲੀ ਜਿਹੜੀ ਹੁੰਦੀ ਹੈ, ਇੱਥੇ ਜ਼ਿਕਰ ਜਿਹੜਾ ਕਰ ਰਹੇ ਹਨ ਸਤਿਗੁਰੂ ਜੀ, ਉਹ ਹਨ ਸਾਨੂੰ ਗ੍ਰਹਿ ਨਕਸ਼ਤਰਾਂ ਤੇ ਇਹ ਰਾਹੂ ਕੇਤੂ ਤੇ ਸ਼ਨੀ ਦੇਵਤਾ ਤੇ ਮੰਗਲ ਦੇਵਤਾ, ਮੰਗਲ ਗ੍ਰਹਿ ਤੇ ਇਹਦਾ ਇਹ ਟੇਵਿਆਂ ਦੇ ਵਿੱਚ ਤੇ ਇਹ ਪੰਜ ਉਹ ਕੀ ਕਹਿੰਦੇ ਨੇ ਆਪਣਾ ਉਹਨੇ ਬਣਾਏ ਹੁੰਦੇ ਨੇ ਨਕਸ਼ੇ ਜਿਹੇ, ਉਹ ਸਾਰਿਆਂ ਦੇ ਵਿੱਚ ਉਲਝਾ ਕੇ ਤੇ ਸਾਨੂੰ ਰੱਬ ਨਾਲ ਤੋੜ ਦਿੰਦੇ ਹਨ ਕਿ ਇਹਦੇ ਮੁਤਾਬਕ ਤੈਨੂੰ ਇਹ ਕਰਨਾ ਪੈਣਾ, ਇਹਦੇ ਮੁਤਾਬਕ ਤੈਨੂੰ ਇਹ ਕਰਨਾ ਪੈਣਾ ਹੈ। ਇਹ ਵਾਸਤੂ ਸ਼ਾਸਤਰ ਹੈ, ਜੋਤਿਸ਼ ਸ਼ਾਸਤਰ ਹੈ, ਇਹ ਫਲਾਣਾ ਸ਼ਾਸਤਰ ਹੈ। ਇਹ ਸਭ ਗ੍ਰਹਿਆਂ ਨਛੱਤਰਾਂ ਦੇ ਉੱਤੇ ਹੀ ਸਾਰਾ ਕੁਝ ਬਣਾ ਕੇ ਸਾਨੂੰ ਦੱਸ ਦਿੱਤਾ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿ ਰਹੇ ਹਨ ਗਾਵੈ ਖੰਡ ਮੰਡਲ ਵਰਭੰਡਾ। ਵਰਭੰਡ ਜਦੋਂ ਕਹਿ ਦਿੱਤਾ, ਬ੍ਰਹਿਮੰਡ ਕਹਿ ਦਿੱਤਾ, ਖੰਡ ਤੇ ਮੰਡਲ ਦੀ ਗੱਲ ਵੀ ਵਿੱਚ ਹੀ ਆ ਗਈ। ਤਿੰਨੇ ਚੀਜ਼ਾਂ ਦਾ ਸਤਿਗੁਰਾਂ ਨੇ ਜ਼ਿਕਰ ਕੀਤਾ ਕਿ ਜਿੰਨੇ ਗ੍ਰਹਿ ਨਛੱਤਰ ਤਾਰੇ ਇਹ ਸਾਰੇ ਕੁਛ ਆ ਰਹੇ ਹਨ, ਇਹ ਸਾਰੇ ਇਸ ਬ੍ਰਹਿਮੰਡ ਦੇ ਵਿੱਚ ਹਨ, ਇਹ ਅਕਾਲ ਪੁਰਖ ਨੇ ਹੀ ਬਣਾਏ ਹਨ। ਇਹ ਸਾਰੇ ਉਹਦੇ ਹੁਕਮ ਦੇ ਵਿੱਚ ਚੱਲਣ ਵਾਲੇ ਹਨ, ਭਾਵ ਉਹਦੇ ਗੁਣ ਗਾ ਰਹੇ ਹਨ, ਉਹਦਾ ਹੁਕਮ ਬਜਾ ਰਹੇ ਹਨ। ਜਿਵੇਂ ਉਹਦਾ ਹੁਕਮ ਹੁੰਦਾ ਹੈ ਉਹੀ ਕੁਝ ਕਰ ਰਹੇ ਹਨ। ਤਾਂ ਫਿਰ ਸਤਿਗੁਰੂ ਜੀ ਕਹਿੰਦੇ ਹਨ ਕਿ ਇਹਨਾਂ ਨਾਲ ਵੀ ਨਹੀਂ ਜੁੜਨਾ। ਇਹ ਤਿੰਨ ਕੈਟਾਗਰੀਜ਼ ਤੋਂ ਸਾਨੂੰ ਸਤਿਗੁਰੂ ਜੀ ਨੇ ਹੋੜ ਦਿੱਤਾ ਹੈ, ਕੌਸ਼ਨ ਕਰ ਦਿੱਤਾ ਹੈ ਕਿ ਇਹਨਾਂ ਤੋਂ ਕਿਤੇ ਭੁੱਲ ਭੁਲੇਖੇ ਚ ਆ ਕੇ ਤੇ ਤੁਸੀਂ ਕਿਤੇ ਇਹਨਾਂ ਦੇ ਪਿੱਛੇ ਨਾ ਲੱਗ ਜਾਣਾ। ਇਉਂ ਸਮਝ ਲਓ ਕਿ ਇਹ ਜੋ ਜਗਤ ਹੈ ਇਹ ਅਕਾਲ ਪੁਰਖ ਦਾ ਦਰਬਾਰ ਲੱਗਾ ਹੋਇਆ ਹੈ ਤੇ ਇਹ ਸਾਰੇ ਉਸ ਅਕਾਲ ਪੁਰਖ ਦੇ ਅੱਗੇ ਮੰਗਤੇ ਹਨ, ਉਹਦੀ ਉਸਤਤ ਕਰ ਰਹੇ ਹਨ। ਜਿਵੇਂ ਸਤਿਗੁਰੂ ਜੀ ਨੇ ਸੋਹਿਲਾ ਸਾਹਿਬ ਦੇ ਸਾਨੂੰ ਕਿਹਾ ਸੀ ਨਾ ਕਿ ਇਹ ਜਗਤ ਦੇ ਵਿੱਚ ਹੀ ਉਹਦੀ ਆਰਤੀ ਹੋ ਰਹੀ ਹੈ। ਇਹ ਗਗਨ ਤੇ ਸੂਰਜ ਤੇ ਚੰਦ ਤੇ ਇਹ ਤਾਰੇ ਤੇ ਇਹ ਸਾਰੇ ਉਹਦੇ ਥਾਲ ਦੇ ਸ਼ਿੰਗਾਰ ਬਣੇ ਹੋਏ ਹਨ। ਤੇ ਉਸੇ ਤਰ੍ਹਾਂ ਹੀ ਸਤਿਗੁਰੂ ਸਾਨੂੰ ਇੱਥੇ ਵੀ ਕਹਿ ਰਹੇ ਹਨ ਕਿ ਇਹ ਜਿੰਨੀਆਂ ਪਾਵਰ ਸਾਨੂੰ ਵੱਡੀਆਂ ਕਰਕੇ ਦੱਸੀਆਂ ਜਾਂਦੀਆਂ ਹਨ, ਚਾਹੇ ਸੂਖਮ ਸੁਪਰ ਨੈਚੁਰਲ ਪਾਵਰਸ ਹੋਣ ਜਾਂ ਮਨੁੱਖਾਂ ਨੂੰ ਸਾਡੇ ਸਾਹਮਣੇ ਖੜਾ ਕਰ ਦਿੱਤਾ ਜਾਏ, ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਨਾਮ ਦੇ ਕੇ, ਜਾਂ ਉਸ ਅਕਾਲ ਪੁਰਖ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਛੋਟੇ ਛੋਟੇ ਹਿੱਸਿਆਂ ਨੂੰ ਬੜੇ ਪਾਵਰਫੁਲ ਦੱਸ ਕੇ ਸਾਡੇ ਅੱਗੇ ਰੱਖ ਦਿੱਤਾ ਜਾਏ ਕਿ ਤੁਸੀਂ ਇਹਨਾਂ ਨੂੰ ਮੰਨਣਾ ਹੈ। ਤੇ ਸਤਿਗੁਰੂ ਕਹਿੰਦੇ ਹਨ ਕਿ ਨਹੀਂ, ਕਿਸੇ ਭੁਲੇਖੇ 'ਚ ਨਹੀਂ ਪੈਣਾ ਮੇਰੇ ਬੱਚਿਓ। ਇਹ ਸਾਰੇ ਉਸ ਅਕਾਲ ਪੁਰਖ ਦੇ ਬਣਾਏ ਹੋਏ ਹਨ, ਉਹਦੇ ਦਰ ਦੇ ਮੰਗਤੇ ਹਨ, ਉਹਦੇ ਹੁਕਮ ਵਿੱਚ ਚੱਲ ਰਹੇ ਹਨ। ਜੁੜਨਾ ਹੈ ਤੇ ਕੇਵਲ ਉਸ ਅਕਾਲ ਪੁਰਖ ਦੇ ਅੱਗੇ
जुड़ना है। फिर ये नहीं कि ऐसा करने वाले बंदे नहीं हैं, सिर्फ मतलब पुठे राह पए हुए ही सारे हैं। सेई तुध न गावै जो तुध भावन, रत्ते तेरे भगत रसाले। बहुत तेनों गा रहे हैं, तेरे बड़े भगत हैं ਜਿਹੜੇ ਰਸ ਵਿੱਚ ਆ ਕੇ ਤੇ ਤੇਰੇ ਗੁਣ ਗਾਇਨ ਕਰ ਰਹੇ ਹਨ, ਪਰ ਉਹ ਤੇਰੇ ਭਾਉਂਦੇ ਹਨ ਜਦੋਂ ਤੇਰੀ ਨਜ਼ਰ ਦੇ ਵਿੱਚ ਆ ਜਾਂਦੇ ਹਨ ਤੇ ਤੇਰੇ ਨਾਲ ਜੁੜਦੇ ਹਨ। ਹੋਰ ਕਿਤੇ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ। ਉਹਨਾਂ ਦੀ ਵੀ ਮੈਂ ਗਿਣਤੀ ਨਹੀਂ ਕਰ ਸਕਦਾ। ਹੁਣ ਸਤਿਗੁਰੂ ਜੀ ਅਖੀਰ ਤੇ ਆ ਕੇ ਸਾਨੂੰ ਅਕਾਲ ਪੁਰਖ ਦੇ ਬਾਰੇ ਸਾਡਾ ਜੋ ਸਿਧਾਂਤ ਸਤਿਗੁਰੂ ਜੀ ਦੇਣਾ ਚਾਹੁੰਦੇ ਹਨ ਸਾਨੂੰ, ਉਹ ਦੇ ਰਹੇ ਹਨ ਕਿ ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਏ। ਉਹ ਅਕਾਲ ਪੁਰਖ ਸਦਾ ਸਥਿਰ ਰਹਿਣ ਵਾਲਾ ਹੈ, ਉਹਦੀ ਵਡਿਆਈ ਵੀ ਸਦਾ ਸਥਿਰ ਰਹਿਣ ਵਾਲੀ ਹੈ। ਉਹ ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੈ, ਤੇ ਇਹ ਵੀ ਨਹੀਂ ਕਿ ਕੋਈ ਵਕਤ ਐਸਾ ਆਏਗਾ ਕਿ ਜਦੋਂ ਉਹ ਨਹੀਂ ਹੋਏਗਾ। ਔਰ ਇਹ ਸਾਰੀ ਰਚਨਾ ਉਸ ਅਕਾਲ ਪੁਰਖ ਦੀ ਰਚੀ ਹੋਈ ਹੈ। ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨ। ਇਹ ਮਾਇਆ ਜਿਹਦੇ ਅਸੀਂ ਤਿੰਨਾਂ ਗੁਣਾਂ ਨੂੰ ਲੈ ਕੇ ਤੇ ਇੰਨਾ ਸਮਝਣ ਦਾ ਯਤਨ ਕਰਦੇ ਰਹਿੰਦੇ ਹਾਂ, ਇਹ ਮਾਇਆ ਵੀ ਵਾਹਿਗੁਰੂ ਦੀ ਹੀ ਬਣਾਈ। ਤਰ੍ਹਾਂ ਤਰ੍ਹਾਂ ਦੀ ਕਿਸਮਾਂ ਦੀ, ਤਰ੍ਹਾਂ ਤਰ੍ਹਾਂ ਦੀਆਂ ਜਿਣਸਾਂ ਦੀ, ਤਰ੍ਹਾਂ ਤਰ੍ਹਾਂ ਦੀਆਂ ਕਿਸਮਾਂ, ਰੰਗਾਂ ਦੀ, ਭਾਂਤਾਂ ਦੀ, ਇਹ ਸਭ ਕੁਝ ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਸਭ ਮਾਇਆ ਜਿੰਨੀ ਸਾਨੂੰ ਦਿਸਦੀ ਹੈ, ਉਹ ਸਭ ਉਸੇ ਦੀ ਬਣਾਈ ਹੋਈ ਹੈ। ਔਰ ਉਹ ਆਪ ਹੀ ਇਹਨੂੰ ਬਣਾ ਬਣਾ ਕੇ ਜਿਹੜਾ ਆਪਣਾ ਬਣਾਇਆ ਹੋਇਆ ਹੈ, ਜੋ ਉਸ ਦਾ ਆਪਣਾ ਹੀ ਹੈ, ਉਸ ਦੀ ਸੰਭਾਲ ਵੀ ਕਰ ਰਿਹਾ ਹੈ। ਔਰ ਇਹੀ ਉਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ। ਉਹਨੂੰ ਹੁਕਮ ਨਹੀਂ ਕੋਈ ਕਰ ਸਕਦਾ। ਇਹ ਨਹੀਂ ਕਿ ਕਿਸੇ ਨੇ ਫਲਾਣਾ ਦਾਨ ਕਰ ਦਿੱਤਾ ਤੇ ਹੁਣ ਰੱਬ ਨੇ ਇਹ ਦਾਤ ਦੇਣੀ ਹੀ ਹੈ, ਜਾਂ ਤੁਸੀਂ ਉਸ ਨਕਸ਼ਤਰ ਦੀ ਫਲਾਣੀ ਕਰਮ ਕਾਂਡ ਕਰ ਲਿਆ ਤੇ ਉਹਨੂੰ ਨਕਸ਼ਤਰ ਪਿੱਛੇ ਹੋ ਜਾਏਗਾ ਜਾਂ ਗ੍ਰਹਿ ਪਿੱਛੇ ਹੋ ਜਾਏਗਾ, ਜਾਂ ਤੁਸੀਂ ਉਂਗਲ ਦੇ ਵਿੱਚ ਕੋਈ ਨੀਲੀ ਪੀਲੀ ਕਾਲੀ ਚਿੱਟੀ ਕੋਈ ਮੁੰਦਰੀ ਪਾ ਲਈ ਤੇ ਤੁਹਾਡੇ ਉੱਤੇ ਉਹ ਭੈੜਾ ਅਸਰ ਹਟ ਜਾਏਗਾ। ਅਕਾਲ ਪੁਰਖ ਦੀ ਜੋ ਦਾਤ ਤੁਹਾਨੂੰ ਦੇਣੀ ਹੈ, ਜੋ ਵੀ ਹੈ, ਜੋ ਉਹਦਾ ਹੁਕਮ ਹੈ, ਉਹ ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਅਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਇੰਜ ਨਹੀਂ ਤੇ ਇੰਜ ਕਰ, ਉਹਨੂੰ ਹੁਕਮ ਨਹੀਂ ਅਸੀਂ ਕਰ ਸਕਦੇ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜ਼ਾਈ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਰਸਤਾ ਉਹਦੀ ਰਜ਼ਾ ਦੇ ਵਿੱਚ ਰਹਿਣ ਦਾ, ਉਹਦੇ ਭਾਣੇ ਦੇ ਵਿੱਚ ਚੱਲਣ ਦਾ, ਉਹਦੇ ਹੁਕਮ ਦੇ ਵਿੱਚ ਚੱਲਣ ਦਾ, ਇਹੀ ਇੱਕ ਰਸਤਾ ਹੈ ਉਸ ਅਕਾਲ ਪੁਰਖ ਨਾਲ ਪਿਆਰ ਪਾਉਣ ਦਾ, ਉਸ ਅਕਾਲ ਪੁਰਖ ਨੂੰ ਸਮਝਣ ਦਾ, ਔਰ ਆਪਣਾ ਜੀਵਨ ਉਹਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ ਜੀਣ ਦਾ। ਹੋਰ ਕੋਈ ਰਸਤਾ ਨਹੀਂ। ਤੋ ਸਤਿਗੁਰੂ ਜੀ ਨੇ ਇਹਨਾਂ ਤਿੰਨਾਂ ਪੌੜੀਆਂ ਦੇ ਵਿੱਚ ਦਾਤਾਂ ਤੋਂ ਗੱਲ ਸ਼ੁਰੂ ਕਰਕੇ ਉਸ ਅਕਾਲ ਪੁਰਖ ਦੇ ਵੱਡੇ ਹੋਣ ਦੀ, ਬੇਅੰਤ ਹੋਣ ਦੀ, ਇਹਨੇ ਕਿੰਨਾ ਕੁ ਵੱਡਾ ਹੈ ਸਮਝਾਉਣ ਲਈ ਸਤਿਗੁਰੂ ਜੀ ਨੇ ਦੋ ਪੌੜੀਆਂ ਵਿੱਚ ਦੋ ਅਲੱਗ ਅਲੱਗ ਤਰੀਕਿਆਂ ਦੇ ਨਾਲ ਸਾਨੂੰ ਇਹ ਗੱਲ ਸਮਝਾਈ ਹੈ ਕਿ ਸਾਡਾ ਜੋ ਆਦਰਸ਼ ਹੈ, ਉਸ ਇੱਕ ਅਕਾਲ ਪੁਰਖ ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਉਸ ਅਕਾਲ ਪੁਰਖ ਦੇ ਨਾਲ ਅਸੀਂ ਜੁੜਨਾ ਹੈ, ਹੋਰ ਕਿਸੇ ਚੀਜ਼ ਦੇ ਨਾਲ ਨਹੀਂ ਜੁੜਨਾ। ਔਰ ਉਸ ਦੀ ਰਜ਼ਾ ਦਾ ਹੁਕਮ ਦੇ ਵਿੱਚ ਆਪਣਾ ਜੀਵਨ ਜੋ ਹੈ ਉਹ ਜੀਣਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਵੀਰ ਪ੍ਰਭਕੀਰਤ ਸਿੰਘ ਜੀਓ। ਬਹੁਤ ਹੀ ਵਿਸਥਾਰ ਨਾਲ ਇਹਨਾਂ ਤਿੰਨਾਂ ਪੌੜੀਆਂ ਦੇ ਜੋ ਭਾਵ ਅਰਥ ਹਨ, ਉਹ ਆਪ ਜੀ ਨੇ ਸਾਡੇ ਨਾਲ ਸਾਂਝੇ ਕੀਤੇ ਹਨ। 25, 26, 27 ਪੌੜੀਆਂ ਵੀ ਲੰਬੇਰੀਆਂ ਹਨ, ਔਰ ਸਿਧਾਂਤਕ ਤੌਰ ਤੇ ਦੇਖੀਏ ਤਾਂ ਪੌੜੀਆਂ ਦੇ ਜੋ ਅਰਥ ਭਾਵ ਹਨ ਬੜੇ ਡੂੰਘੇ ਰੱਖਦੇ ਹਨ। ਜੋ 25ਵੀਂ ਪੌੜੀ ਵਿੱਚ ਅਸੀਂ ਵਿਚਾਰ ਸਰਵਣ ਕੀਤੇ, ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਦੀ ਗੱਲ ਕੀਤੀ, ਉਹਨਾਂ ਮਨੁੱਖਾਂ ਦੀ ਗੱਲ ਕੀਤੀ ਜੋ ਬਖਸ਼ਿਸ਼ਾਂ ਲੈ ਕੇ ਮੁਕਰੇ ਹੋਏ ਹਨ, ਦਾਤਾਂ ਲੈ ਕੇ ਵੀ ਦਾਤੇ ਨੂੰ ਯਾਦ ਨਹੀਂ ਕਰਦੇ, ਉਹਨਾਂ ਦੀ ਗੱਲ ਕੀਤੀ। ਅਸਲ 'ਚ ਗੁਰੂ ਪਾਤਸ਼ਾਹ ਜੀ ਨੇ ਸਾਰਾ ਕੁਝ ਜ਼ਿਕਰ ਕਰਕੇ ਜੋ ਸਾਨੂੰ ਗੱਲ ਸਮਝਾਈ, ਉਹ ਸੀ
ਇਹ ਸਭ ਤੋਂ ਵੱਡੀ ਦਾਤ ਉਹ ਪਰਮੇਸ਼ਰ ਦੀ ਬੰਦਗੀ ਹੈ, ਸਿਫਤ ਸਲਾਹ ਹੈ। ਦਾਤਾਂ ਦਾ ਜ਼ਿਕਰ ਕਰਕੇ ਜਿਸ ਨੂੰ ਬਖਸ਼ਿਆ ਸਿਫਤ ਸਲਾਹ, ਨਾਨਕ ਪਾਤਸ਼ਾਹ ਦੀ ਜਿਹੜੀ ਗੱਲ ਹੈ ਉਹ ਇੱਥੇ ਸਾਨੂੰ ਹੋਰ ਗੱਲ ਸਮਝਾ ਦਿੱਤੀ। ਪਰ ਸਿਫਤ ਸਲਾਹ ਦੀ ਬਖਸ਼ਿਸ਼ ਮਾਲਕ ਦੀ ਕਿਰਪਾ ਨਾਲ ਹੁੰਦੀ ਹੈ। ਸਭ ਤੋਂ ਵੱਡੀ ਦਾਤ ਵੀ ਉਹੀ ਹੈ। ਲੋਕੀ ਦੂਜੀਆਂ ਦਾਤਾਂ ਨੂੰ ਵੱਡੀਆਂ ਦਾਤਾਂ ਸਮਝ ਕੇ ਇਸ ਵੱਡੀ ਦਾਤ ਨੂੰ ਭੁੱਲ ਜਾਂਦੇ ਨੇ। ਸਾਡਾ ਮਾਇਆ ਵੇੜੇ ਜੀਵਾਂ ਦਾ ਇਹੋ ਹੀ ਹਾਲ ਹੈ। ਤੇ ਇਹ ਅਸੀਂ ਵੱਡੀ ਦਾਤ ਕੇਵਲ ਦੁਨੀਆ ਦੇ ਪਦਾਰਥਾਂ ਨੂੰ ਸਮਝ ਲੈਂਦੇ ਹਾਂ, ਤੇ ਉਹ ਜਿਹੜੀ ਸਭ ਤੋਂ ਵੱਡੀ ਦਾਤ ਸੀ ਸਿਫਤ ਸਲਾਹ ਦੀ, ਜੋ ਮਾਲਕ ਨੇ ਸਾਨੂੰ ਬਖਸ਼ਿਸ਼ ਕਰਨੀ ਸੀ, ਉਹ ਅਸੀਂ ਲੈਣ ਤੋਂ ਇਨਕਾਰੀ ਹੋਏ ਰਹਿੰਦੇ ਹਾਂ। ਸਾਡੀ ਹਾਲਤ ਹੈ ਦਾਤ ਪਿਆਰੀ, ਵਿਸਰਿਆ ਦਾਤਾਰਾ, ਜਾਣੇ ਨਹੀਂ ਮਰਨ ਵਿਚਾਰਾ। ਇਹ ਵੀ ਗੱਲ ਪੱਕੀ ਹੈ, ਗੁਰਬਾਣੀ ਨੇ ਸਾਨੂੰ ਦਿੱਤੀ ਹੈ, ਸਰਾਂ ਦੱਸਿਆ ਸਿਫਤੀ ਗੰਢ ਪਵੇ ਦਰਬਾਰ, ਵੀ ਸਿਫਤ ਤੋਂ ਬਿਨਾ ਇਹ ਵਾਹਿਗੁਰੂ ਦੇ ਘਰ ਵਿੱਚ ਪ੍ਰਵਾਨਗੀ ਨਹੀਂ ਹੈ। ਸਿਫਤ ਕੀ ਹੈ? ਸਿਫਤੀ ਸ਼ਬਦ ਹੈ, ਸਿਫਤੀ ਨਾਮ ਹੈ, ਸਿਫਤੀ ਹੁਕਮ ਹੈ। ਇਹ ਹੁਕਮ ਰਜਾਈ ਬੋਲਣਾ ਹੈ, ਇਹੋ ਹੀ ਸਿਫਤ ਹੈ, ਇਹੋ ਹੀ ਹੁਕਮ ਚੱਲਣਾ ਹੈ। ਗੁਰੂ ਪਾਤਸ਼ਾਹ ਜੀ ਨੇ ਸਾਰੀ ਗੱਲ ਸਮਝਾ ਦਿੱਤੀ ਕਿ ਆਤਮਿਕ ਸੁੱਖਾਂ ਦਾ ਜਿਹੜਾ ਖਜ਼ਾਨਾ ਹੈ ਉਹ ਉਹਦੀ ਸਿਫਤ ਹੈ, ਉਹਦੀ ਬੰਦਗੀ ਹੈ। ਬਾਕੀ ਦਾਤਾਂ ਜਿਹੜੀਆਂ ਜੀਵ ਦੇ ਵਰਤਨ ਲਈ ਹਨ। ਤੇਰੀ ਸਿਫਤ ਸਵਾਲਿਓ ਸਰੂਪ ਹੈ, ਜਿਨ ਕੀਤੀ ਤਿਸ ਪਾਰ ਲੰਘਾਈ। ਗੁਰੂ ਪਾਤਸ਼ਾਹ ਜੀ ਦਾ ਇਹ ਬਚਨ ਆਉਂਦਾ ਹੈ। ਇਹ ਵੀ ਬਚਨ ਆਉਂਦਾ, ਅਸੀਂ ਪੜ੍ਹਦੇ ਹਾਂ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਪਿਆ। ਇਹ ਵੀ ਬਚਨ ਸਾਨੂੰ ਮਿਲਦਾ ਹੈ। ਇਹ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬੜੇ ਕਮਾਲ ਦੇ ਇਹ ਬਚਨ ਸਮਝਾਏ ਨੇ। ਮੁੱਲ ਦੀ ਪੌੜੀ ਬੜੀ ਲੰਬੀ ਪੌੜੀ ਹੈ, ਪਰ ਗੁਰੂ ਪਾਤਸ਼ਾਹ ਜੀ ਨੇ ਇਸ ਪੌੜੀ ਵਿੱਚ ਵੀ ਨਾਮ ਦੀ ਅਮੋਲਕਤਾ ਦਾ ਇੱਕ ਦੀਦਾਰ ਸਾਡੀ ਝੋਲੀ ਵਿੱਚ ਪਾਇਆ ਹੈ। ਜਿਹੜਾ ਆਪ ਅਮੋਲਕ ਹੈ ਉਹਦੇ ਗੁਣ ਵੀ ਅਮੋਲਕ ਹਨ। ਬਸ ਇੱਥੋਂ ਹੀ ਗੱਲ ਸ਼ੁਰੂ ਹੁੰਦੀ ਹੈ, ਕਿਉਂਕਿ ਆਪ ਅਮੋਲਕ ਹੈ, ਉਹਦੇ ਗੁਣ ਵੀ ਅਮੋਲਕ ਹਨ। ਉਹ ਉਸਦੇ ਵਪਾਰੀ ਭੰਡਾਰੀ ਇਹ ਅਮੋਲਕ ਹੋਣੇ ਆਪਣੇ ਆਪ ਹੀ ਸੁਭਾਵਿਕ ਨੇ, ਜਿਹੜੇ ਉਹਦੇ ਗੁਣ ਗਾਉਂਦੇ ਨੇ। ਔਰ ਆਪ ਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ, ਰਹੇ ਲੋਕ ਵਿਲਾਏ। ਉਹਦਾ ਮੁੱਲ ਪਾਇਆ ਹੀ ਨਹੀਂ ਜਾ ਪਾ ਸਕਦਾ। ਤੇ ਗੁਰੂ ਪਾਤਸ਼ਾਹ ਜੀ ਨੇ ਸਹੀ ਗੱਲ ਸਮਝਾ ਦਿੱਤੀ। ਜਿਹੜਾ ਇਹ ਉਹਦੇ ਨਾਮ ਦਾ ਵਪਾਰ ਕਰਦੇ ਨੇ, ਉੱਥੇ ਨਾ ਹਰਖ ਹੈ ਨਾ ਸੋਗ ਹੈ, ਉੱਥੇ ਤਾਂ ਸਦਾ ਗੁਣਾਂ ਦੀ ਨਿਰਵੈਰਤਾ ਦੀ ਉਹਨਾਂ ਦੇ ਅੰਦਰ ਪਿਆਰੇ ਦਾ ਪਿਆਰ ਝਲਕ ਹਰ ਵੇਲੇ ਚਮਕਦਾ ਹੈ। ਸਾਰੇ ਉਹਨੂੰ ਬੇਅੰਤ 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 ਕਹਿੰਦੇ ਨੇ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਵੀ ਗੱਲ ਜਿਹੜੀ ਹੈ ਉਸ ਪੌੜੀ ਵੀ ਸਮਝਾ ਦਿੱਤੀ। ਪਰ ਇਹ ਵੀ ਨਾਲ ਕਹਿ ਦਿੱਤੀ ਕਿ ਇੱਥੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ, ਤੇ ਤੇਰੇ ਗੁਣਾਂ ਦਾ ਅੰਤ ਕੋਈ ਨਹੀਂ ਪਾ ਸਕਦਾ। ਬਸ ਹੁਕਮ ਰਜਾਈ ਚੱਲਣ ਦੀ ਜਾਚ ਹੈ, ਉਹੀ ਸਾਨੂੰ ਗੁਰੂ ਦੇ ਘਰ ਵਿੱਚ ਪ੍ਰਵਾਨਗੀ ਦਿਵਾਉਂਦੀ ਹੈ। ਇਹ ਸਾਰੀ ਪੌੜੀਆਂ ਜਿਹੜੀਆਂ ਹਨ ਗੁਰੂ ਪਾਤਸ਼ਾਹ ਜੀ ਦੀਆਂ, ਉਹਦੇ ਨਾਲ ਹੀ ਤੁਰੀਆਂ ਆਉਂਦੀਆਂ, ਹੁਕਮ ਦੇ ਨਾਲ ਚੱਲੀਆਂ ਆਉਂਦੀਆਂ ਹਨ। ਸੋਦਰ ਦੀ ਪੌੜੀ ਜੇ ਅਸੀਂ ਦੇਖਦੇ ਹਾਂ ਤਾਂ ਇਹ 3 ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮਿਲਦੀ ਹੈ। ਅੰਕ ਨੰਬਰ 8 ਦੇ ਉੱਤੇ ਵੀ ਆਉਂਦੀ ਹੈ, 347 ਦੇ ਉੱਤੇ ਵੀ ਇਹ ਸੋਦਰ ਦੀ ਪੌੜੀ ਆਉਂਦੀ, ਪਰ ਥੋੜ੍ਹੇ ਥੋੜ੍ਹੇ ਫਰਕ ਦੇ ਨਾਲ ਆਉਂਦੀ ਹੈ। ਤਾਂ ਇਸ ਨੂੰ ਕਈ ਵਾਰੀ ਅਸੀਂ ਸੋਦਰ ਇਕੱਠਾ ਪੜ੍ਹਦੇ ਹਾਂ, ਸਰਲੇਖ ਦਾ ਸੋਦਰ ਹੈ, ਵੱਖਰਾ ਵੱਖਰਾ ਹੀ ਇਹਦਾ ਉਚਾਰਨ ਹੈ। ਸੋਦਰ ਜਦੋਂ ਅਸੀਂ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ, ਸੋਦਰ ਕਹਿ ਦਿੰਦੇ ਹਾਂ, ਨਹੀਂ ਸੋਦਰ ਰਹਿਰਾਸ, ਸੋਦਰ ਨਹੀਂ। ਤਾਂ ਸੋਦਰ ਦਾ ਸ਼ਬਦ ਜਿਹੜੇ ਹਨ ਅਸੀਂ ਉਹਨੂੰ ਵੱਖਰਾ ਵੱਖਰਾ ਵਾਹਿਗੁਰੂ ਦੇ ਦਰ ਦੀ ਗੱਲ ਕੀਤੀ ਹੈ। ਇੱਥੇ ਸਾਖੀਆਂ ਵੀ ਕਈ ਪ੍ਰਚਲਿਤ ਨੇ ਇਸ ਪੌੜੀ ਦੇ ਨਾਲ, ਕਿ ਗੁਰੂ ਨਾਨਕ ਸਾਹਿਬ ਨੇ ਬਈ ਨਦੀ ਵਿੱਚ ਚੁੱਭੀ ਮਾਰੀ, ਫਿਰ ਅਲੋਪ ਹੋ ਗਏ, ਸੱਚਖੰਡ ਚਲੇ ਗਏ। ਉੱਥੇ ਆਪ ਜੀ ਨੇ ਅਕਾਲ ਪੁਰਖ ਦੇ ਪਾਵਨ ਦਰਬਾਰ ਦੇ ਦਰਸ਼ਨ ਕੀਤੇ, ਦਰਬਾਰ ਦੀ ਮਹਿਮਾ ਸੰਸਾਰ ਜਾ ਕੇ ਲੋਕਾਂ ਨੂੰ ਸੁਣਾਈ। ਕਈ ਇੱਥੋਂ ਲਿਖਦੇ ਨੇ ਕਿ ਬੀਬੇ ਨਾਨਕੀ ਜੀ ਨੇ ਪੁੱਛਿਆ ਵੀ ਉਹ ਦਰਬਾਰ ਕਿਹੋ ਜਿਹਾ ਹੈ, ਤਾਂ ਸਤਿਗੁਰੂ ਜੀ ਨੇ ਸੋਦਰ ਦਾ ਸ਼ਬਦ ਉਚਾਰ ਕੇ ਉਹਦੇ ਦਰਸ਼ਨ ਕਰਾਏ। ਪਰ ਇਹ ਗੱਲਾਂ ਜਿਹੜੀਆਂ ਹਨ ਇਹ ਮਨੋਕਲਪਤ ਜੀਆਂ ਜਾਪਦੀਆਂ ਨੇ, ਕਿ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਆਰੰਭ ਤੋਂ ਹੀ ਉਸ ਪਿਆਰੇ ਦੇ ਦਰ ਦੇ ਉੱਤੇ ਜੁੜੇ ਹੋਏ ਸਨ। ਬਾਬਾ ਬੋਲੇ ਤਾਂ ਗਿਆਨ ਸਰੂਪ, ਬਾਬਾ ਦੇਖੇ ਤਾਂ ਜੋਤ ਸਰੂਪ। ਬਾਬੇ ਦੀ ਤਾਂ ਵਿਸ਼ਨ, ਬਾਬੇ ਦੀ ਜਿਹੜੀ ਹਾਲਾਤ ਸੀ ਉਹ ਇਹੋ ਜਿਹੇ ਸੀ। ਬਾਬੇ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ
ਗਿਆਨ ਉਦੋਂ ਲੈ ਲਿਆ ਜਾਂ ਉਦੋਂ ਲੈ ਲਿਆ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੂੰ ਸ਼ਬਦ ਮਾਲਕ ਨੇ ਝੋਲੀ ਵਿੱਚ ਪਾ ਕੇ ਭੇਜਿਆ ਸੀ। ਬਸ ਇਹੋ ਹੀ ਗੱਲ ਕਰਦੇ ਹਾਂ ਕਿ ਉਹਦਾ ਦਰ ਜਿਹੜਾ ਹੈ, ਵਾਹਿਗੁਰੂ ਦਾ ਦਰਬਾਰ ਦੀਆਂ ਸਿਫਤਾਂ ਦਾ ਅੰਤ ਨਹੀਂ ਹੈ, ਸਿਰਫ ਉਹਦੇ ਵਿੱਚ ਲੀਨ ਹੋਣ ਦੀ ਗੱਲ ਹੈ। ਉਹ ਦਾ ਨਾ ਹੀ ਉਹਨੂੰ ਬਿਆਨ ਕੀਤਾ ਜਾ ਸਕਦਾ ਹੈ। ਜਿਤ ਦਰ ਵਸੈ ਕਵਨ ਦਰ ਕਹੀਏ, ਦਰਾ ਭੀਤਰ ਦਰ ਕਵਨ ਲਹੇ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੈ। ਬਸ ਇਹ ਹੈ ਅਸਲੀ ਕਹਾਣੀ ਜਿਹੜੀ ਹੈ। ਤੋ ਇਸ ਵਕਤ ਇਹ ਵੀ ਸਮਝ ਲੈਣਾ ਕਿ ਗੁਰੂ ਸਾਹਿਬ ਜੀ ਨੇ ਬਾਰ-ਬਾਰ ਸ਼ਬਦ ਦਰਜ ਕਿਉਂ ਕੀਤਾ। ਮੈਨੂੰ ਤਾਂ ਇਉਂ ਜਾਪਦਾ ਜਦੋਂ ਬਹੁਤ ਪਿਆਰ ਕਿਸੇ ਨਾਲ ਹੋਵੇ ਤਾਂ ਗੱਲ ਦੁਹਰਾਈ ਜਾਂਦੀ ਹੈ। ਜਦੋਂ ਦੇ 100 ਦਰ ਦਾ ਬਿਆਨ ਗੁਰੂ ਪਾਤਸ਼ਾਹ ਜੀ ਨੇ ਕੀਤਾ, ਭਾਵੇਂ ਥੋੜਾ ਸ਼ਬਦਾਂ ਵਿੱਚ ਫਰਕ ਪਾ ਕੇ ਵੀ ਹੋਇਆ, ਲੇਕਿਨ ਉਹਦਾ ਇੰਨਾ ਕੁ ਦਰਬਾਰ ਦਾ ਜਿਹੜਾ ਨੂਰ ਹੈ, ਗੁਰੂ ਪਾਤਸ਼ਾਹ ਨੂੰ ਬਾਰ-ਬਾਰ ਬਿਆਨ ਕਰਨਾ ਚਾਹੁੰਦੇ ਨੇ, ਤੇ ਉਹਨੂੰ ਬਾਰ-ਬਾਰ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਸ਼ਬਦਾਂ 'ਚ, ਇਹ ਬਾਕੀ ਕਰਤੇ ਦੀਆਂ ਖੇਡਾਂ ਕਰਤਾ ਜਾਣਦਾ, ਗੁਰੂ ਦੀ ਗੱਲਾਂ ਗੁਰੂ ਜਾਣਦਾ, ਵੀ ਕਿਉਂ 3 ਵਾਰੀ ਦਰਜ ਹੋਇਆ, ਇਹ ਸਾਡੇ ਵੱਸ ਦੀ ਗੱਲ ਨਹੀਂ ਹੈ। ਨਾ ਹੀ ਸਾਨੂੰ ਇਹਨਾਂ ਸਵਾਲਾਂ 'ਚ ਫਸਣਾ ਚਾਹੀਦਾ ਹੈ। ਪਰ ਇਉਂ ਜਾਪਦਾ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਉਸ ਰੱਬੀ ਨਿਰੰਕਾਰ ਦੇ ਉਸ ਦਰਬਾਰ ਦੀਆਂ ਸਿਫਤਾਂ ਦਾ ਕਮਾਲ ਦਾ ਵਰਣਨ ਜਿਹੜਾ ਹੈ ਕੀਤਾ। ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਉਹ ਸ਼ਬਦ ਕੀਤਾ ਹੈ। ਬਹੁਤ ਬਹੁਤ ਧੰਨਵਾਦ ਜੀ ਵੀਰ ਪ੍ਰਭ ਕੀਰਤਨ ਸਿੰਘ ਜੀ। ਤੇ ਬੇਨਤੀ ਕਰਾਂਗਾ ਵੀ ਰਾਜਾ ਸਿੰਘ ਜੀ ਨੂੰ ਨਵੇਂ ਆਏ ਸਰੋਤਿਆਂ ਦੇ ਨਾਲ ਸਾਡੀ ਜਾਣਕਾਰੀ ਕਰਾ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।